ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀ ਸਾਹਿਬ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਾਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਖਬਰਾਂ ਹੈਗੀਆਂ ਨੇ ਜੀ ਔਰ ਪੁੱਛਣਾ ਚਾਹਾਂਗੀ ਕਿ ਕੀ ਅੱਜ ਦੀ ਲੇਟੈਸਟ ਖਬਰ ਹੈ ਜੀ ਹੌਟ ਨਿਊਜ਼। ਸਭ ਤੋਂ ਵੱਡੀ ਨਿਊਜ਼ ਤੇ ਇਹ ਹੈ ਕਿ ਸਾਕਾ ਨੀਲਾ ਤਾਰਾ ਉਪਰੰਤ ਜਿਹੜੇ ਫੌਜ ਵੱਲੋਂ ਵਸਤਾਂ ਲੈ ਚੁੱਕੀਆਂ ਗਈਆਂ ਸੀ ਉਹਦੇ ਬਾਰੇ ਇੱਕ ਪਟੀਸ਼ਨ ਪਾਈ ਸੀ ਵਿਅਕਤੀ ਨੇ। ਅੱਛਾ, ਕਿ ਇਹ ਦੱਸਿਆ ਜਾਵੇ ਕਿ ਇਹ ਵਸਤਾਂ ਕਿੱਥੇ ਨੇ, ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਵਾਪਸ ਕਰ ਦਿੱਤੀਆਂ ਔਰ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਸਾਨੂੰ ਪੂਰੀਆਂ ਮਿਲੀਆਂ ਨਹੀਂ ਜੀ। ਉਹਨੇ ਹਾਈ ਕੋਰਟ ਪਟੀਸ਼ਨ ਤੇ ਪਾਈ ਸੀ, ਦੱਸਿਆ ਜਾਵੇ ਇਹ ਚੀਜ਼ਾਂ ਕਿੱਥੇ ਪਈਆਂ ਨੇ। 2019 ਚ ਉਸ ਵਿਅਕਤੀ ਨੇ ਪਟੀਸ਼ਨ ਪਾਈ, ਲੇਕਿਨ ਉਸ ਤੋਂ ਬਾਅਦ ਜਿਹੜਾ ਸੀ ਕੋਰੋਨਾ ਲੱਗਣ ਕਰ ਸੁਣਵਾਈ ਨਹੀਂ ਹੋ ਸਕੀ ਤੇ ਹੁਣ ਫਿਰ ਸੁਣਵਾਈ ਸ਼ੁਰੂ ਹੋਈ ਹੈ ਜੀ। ਇਹ ਸੁਣਵਾਈ ਦੇ ਉੱਤੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਜਾਰੀ ਹੋਇਆ ਕਿ ਕਿਹੜੀਆਂ ਵਸਤਾਂ ਤੁਹਾਨੂੰ ਮਿਲ ਗਈਆਂ। ਸਾਕਾ ਨੀਲਾ ਤਾਰਾ ਜਿਹੜੇ ਲੈ ਗਏ ਸੀ CBI ਤੇ ਆਰਮੀ ਚੁੱਕ ਕੇ ਲੈ ਗਈ ਸੀਗੀ, ਉਹ ਕਿੱਥੇ ਨੇ ਹੁਣ ਜੀ। ਇਸ ਤੋਂ ਪਹਿਲਾਂ ਸਾਡੇ ਜਿਹੜੇ ਮਾਨਯੋਗ ਸਾਬਕਾ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਗ੍ਰਹਿ ਮੰਤਰੀ ਜਿਹੜੇ ਸਾਡੇ ਹੈਗੇ ਨੇ ਅਮਿਤ ਸ਼ਾਹ ਜੀ, ਉਹਨਾਂ ਨੂੰ ਜਾ ਕੇ ਮਿਲੇ ਸੀ। ਉਹਨਾਂ ਨੂੰ ਕਿਹਾ ਸੀ ਕਿ ਸਾਡੀਆਂ ਵਸਤਾਂ ਵਾਪਸ ਕਰੋ ਜੀ। ਜਦੋਂ ਉਹਨਾਂ ਨੇ ਪੱਤਰ ਪਾਇਆ ਸੀ ਕਿ ਦੱਸਿਆ ਜਾਵੇ ਵੀ ਤੁਹਾਨੂੰ ਕਿਹੜੀਆਂ ਚੀਜ਼ਾਂ ਮਿਲ ਗਈਆਂ ਤੇ ਕਿਹੜੀਆਂ ਜੇ ਬਕਾਇਆ ਨੇ, ਤੇ ਸ਼੍ਰੋਮਣੀ ਕਮੇਟੀ ਅੱਜ ਤੱਕ ਉਹਦਾ ਜਵਾਬ ਨਹੀਂ ਦੇ ਸਕੀ। ਕਿਉਂ ਨਹੀਂ ਦੇ ਸਕੀ? ਘਾਲਾ ਦਲਾ ਕਿਤੇ ਹੋਰ ਹੋ ਰਿਹਾ। ਹੁਣ ਅਗਲੀ ਤਰੀਕ ਜਿਹੜੀ ਆ ਇਹਨਾਂ ਨੇ 27 ਜੁਲਾਈ ਪਾਤੀ ਆ ਸ਼੍ਰੋਮਣੀ ਕਮੇਟੀ ਜਵਾਬ ਦੇਣ ਦੀ। ਸ਼੍ਰੋਮਣੀ ਕਮੇਟੀ ਜਵਾਬ ਨਹੀਂ ਦੇ ਰਹੀ ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਪਤਾ ਵੀ ਘਾਲਾ ਦਲਾ ਕਿਤੇ ਹੋ ਰਿਹਾ ਤੇ ਦੱਸਿਆ ਕਿਤੇ ਹੋਰ ਜਾਏ, ਖਾਤੇ ਕਿਤੇ ਹੋਰ ਦੇ ਪਾਏ ਜਾ ਰਹੇ ਜੀ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਬਕਾਇਦਾ ਤੌਰ ਤੇ ਜਿਹੜੀਆਂ ਹੱਥ ਲਿਖ ਸੀ ਉਹਨਾਂ ਵੇਚੀਆਂ ਗਈਆਂ, ਕਾਫੀ ਰੌਲਾ ਪੈਂਦਾ ਰਿਹਾ ਅਖਬਾਰਾਂ ਦੇ ਵਿੱਚ। ਹੁਣ ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਦੇ ਹੱਥ ਲਿਖਤ ਹੁਕਮਨਾਮੇ ਦਾ ਵੀ ਰੌਲਾ ਪੈਂਦਾ ਫਿਰਦਾ। ਅੱਜ ਅਖਬਾਰਾਂ 'ਚ ਛਪੀ ਵੀ ਖਬਰ ਹੈਗੀ ਆ ਕਿ ਉਹ ਹੁਕਮਨਾਮੇ ਕਿੱਥੇ ਨੇ। ਭਾਈ ਰਣਜੀਤ ਸਿੰਘ ਨੇ 2 ਦਿਨ ਪਹਿਲਾਂ ਆਪਣੀ ਇੱਕ ਤਕਰੀਰ 'ਚ ਕਿਹਾ ਸੀ ਮਾਤਾ ਜਿਹੜੀ ਸੁੰਦਰੀ ਸੀ ਉਹਦੇ ਹੁਕਮਨਾਮੇ ਕਿੱਥੇ ਨੇ, ਟੁਆਏ ਕਿਹਨੇ ਖੜੇ ਨੇ, ਕੌਣ ਲੈ ਗਿਆ ਚੁੱਕ ਕੇ ਇੱਥੋਂ। ਅੱਜ ਡਾਕੂ ਇੱਥੇ ਆ ਪੈ ਰਿਹਾ ਸਾਡੇ ਇਤਿਹਾਸਕ ਤਰੋਤਰਾਂ ਨੂੰ, ਸਾਡੇ ਇਤਿਹਾਸਕ ਗ੍ਰੰਥਾਂ ਨੂੰ ਕੋਈ ਹੋਰ ਨਹੀਂ ਪੈ ਰਿਹਾ, ਵਿੱਚੇ ਬੈਠੇ ਨੇ। ਇਸ ਕਰਕੇ ਇਹ ਹੁਣ ਹਾਈ ਕੋਰਟ ਨੇ ਸ਼੍ਰੋਮਣੀ ਕਮੇਟੀ ਮੰਗਿਆ ਜਵਾਬ। 27 ਜੁਲਾਈ ਨੂੰ ਜਵਾਬ ਦਿੰਦੀ ਹੈ ਸ਼੍ਰੋਮਣੀ ਕਮੇਟੀ ਕੀ ਨੇਮਦੀ। ਇਹ ਤੇ ਹੁਣ ਸਮਾਂ ਆਊਗਾ ਤਾਂ ਪਤਾ ਲੱਗੂਗਾ ਜੀ। ਲੇਕਿਨ ਇਹ ਬੜਾ ਵੱਡਾ ਮੁੱਦਾ ਵਾ ਕਿ ਸਾਡੇ ਜਿਹੜੇ ਇਤਿਹਾਸਕ ਜਿਹੜੇ ਗ੍ਰੰਥ ਸੀਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਲੀਲਾ ਸੀਆਂ, ਹੁਕਮਨਾਮੇ ਸੀ, ਹੋਰ ਸਾਡੇ ਸਰੋਤ ਸਨ, ਇਹ ਕਿਹਾ ਜਾਂਦਾ ਸੀ ਉਦੋਂ ਆਰਮੀ ਚੁੱਕ ਕੇ ਲੈ ਗਈ। ਅਸੀਂ 30 ਸਾਲ ਹੋ ਗਏ ਰੌਲਾ ਪਾਉਂਦਿਆਂ ਨੂੰ, ਲੇਕਿਨ ਹੁਣ ਆ ਕੇ ਬੱਲੀ ਥੱਲਿਓਂ ਬਾਹਰ ਆਈ ਵੀ ਨਹੀਂ ਭਾਈ ਉਹ ਕਿਤੇ ਹੋਰ ਗਏ ਨੇ, ਕੋਈ ਹੋਰ ਲੈ ਗਿਆ। ਉਹਦੀ ਪੜਤਾਲ ਹੋਣੀ ਚਾਹੀਦੀ ਹੈ ਤੇ ਉਹਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ। ਦੂਜੀ ਗੱਲ ਕਰਦੇ ਆ ਜੀ ਜਿਹੜੇ ਕੱਚੇ ਮੁਲਾਜ਼ਮਾਂ ਦੀ ਆਪਾਂ ਗੱਲ ਕਰਦੇ ਹਾਂ। ਜਿਹੜੇ ਕੱਚੇ ਮੁਲਾਜ਼ਮ ਸਰਕਾਰ ਨੇ ਪੱਕੇ ਕਰਨ ਦਾ ਕਿਹਾ ਸੀ ਕਿ ਜਿਵੇਂ ਕਿਹਾ ਸੀ ਕਿ ਸਾਡੀ ਸਰਕਾਰ ਹੋਊਗੀ ਤੇ ਅਸੀਂ ਆਉਂਦੇ ਪੱਕੇ ਕਰਾਂਗੇ ਇਹਨਾਂ ਨੂੰ, ਲੇਕਿਨ ਇਹਨਾਂ ਨੂੰ ਹਾਲੀ ਇਹਨਾਂ ਦੀਆਂ ਸੇਵਾਵਾਂ 'ਚ ਵਾਧਾ ਨਹੀਂ ਕੀਤਾ ਗਿਆ ਵਾ। ਲੇਕਿਨ ਜਿਹੜੀ ਮਾਨ ਸਰਕਾਰ ਆ, ਭਗਵੰਤ ਮਾਨ ਸਰਕਾਰ ਆ, ਉਹ ਪੱਕੇ ਕਰ ਤੋਂ ਸਮਰਥ ਆ। ਕਈ ਟੈਕਨੀਕਲ ਪ੍ਰੋਬਲਮ ਇਹਦੇ ਵਿੱਚ ਆ ਰਹੀਆਂ ਨੇ ਜਿਹਦੇ ਕਰਕੇ ਉਹਨਾਂ ਨੇ ਜਿਸ ਤਰ੍ਹਾਂ ਪੁਰਾਣੀਆਂ ਸਰਕਾਰਾਂ ਕਰਦੀਆਂ ਸੀਗੀਆਂ, ਕੈਪਟਨ ਸਰਕਾਰ ਸੀ, ਬਾਦਲ ਸਰਕਾਰ ਸੀ, ਵੀ ਇਹਨਾਂ ਮੁਲਾਜ਼ਮਾਂ ਦੀ ਜਿਹੜੀ ਆ ਠੇਕੇ ਵਾਲੇ ਮੁਲਾਜ਼ਮਾਂ ਦੀ 1-1 ਸਾਲ ਜਿਹੜੀ ਆ ਉਹ ਡੇਟ ਵਧਾਈ ਜਾਊਗੀ ਤੇ ਕੱਚੇ ਮੁਲਾਜ਼ਮਾਂ ਜੇ ਕੱਚੇ ਰਹਿਣਗੇ, ਪੱਕੇ ਹੋਣ ਦੀ ਆਸ ਸੀ। ਭਾਵੇਂ ਕਿ ਇਹਨਾਂ ਨੇ ਆਪਣੇ ਹਾਊਸ 'ਚ ਕਹਿ ਦਿੱਤਾ ਸੀ ਵੀ ਕੱਚੇ ਮੁਲਾਜ਼ਮ ਪੱਕੇ ਕਰ ਰਹੇ ਸੀ। ਜਿਹੜੇ ਮਾਨ ਸਾਹਿਬ ਨੇ, ਅਸੀਂ ਟਿੱਪਣੀ ਨਹੀਂ ਕਰਦੇ, ਲੋਕ ਟਿੱਪਣੀ ਕਰ ਰਹੇ ਨੇ। ਮਾਨ ਸਾਹਿਬ ਨੇ ਇਹ ਗੱਲ ਕਹੀ, ਦੇਖੋ ਜੀ ਜਿਹੜੇ ਪ੍ਰਾਈਵੇਟ ਸਕੂਲ ਉਹ ਫੀਸਾਂ ਨਹੀਂ ਵਧਾ ਸਕਣਗੇ ਜੀ। ਪ੍ਰਾਈਵੇਟ ਸਕੂਲਾਂ ਜਿਹੜੀ ਐਸੋਸੀਏਸ਼ਨ ਬਣੀ ਉਹਦਾ ਕਿਹਾ ਸਾਨੂੰ ਤੁਸੀਂ ਰੋਕ ਨਹੀਂ ਸਕਦੇ। 2 ਸਾਲ ਕਰੋਨਾ ਰਿਹਾ, ਅਸੀਂ ਬਿਲਕੁਲ ਫੀਸ ਨਹੀਂ ਵਧਾਈ ਤੇ ਹੁਣ ਤੀਸਰੇ ਸਾਲ ਦੀ ਜੇ ਤੁਸੀਂ ਗੱਲ ਕਰੋ ਤੇ ਸਾਨੂੰ ਅਧਿਕਾਰ ਆ, ਕਨਸਟੀਟਿਊਸ਼ਨਲ ਅਧਿਕਾਰ ਆ ਵੀ 8% ਫੀਸਾਂ ਵਧਾ ਸਕਦੇ, ਤੁਸੀਂ ਸਾਨੂੰ ਰੋਕ ਨਹੀਂ ਸਕਦੇ। ਉਹਨਾਂ ਫੀਸਾਂ ਵੀ ਵਧਾਈਆਂ ਤੇ ਕਿਤਾਬਾਂ ਵੇਚੀਆਂ। ਜਿਹੜੀਆਂ ਸਰਕਾਰ ਨੇ ਫ੍ਰੀ ਕਿਤਾਬਾਂ ਬੱਚਿਆਂ ਨੂੰ ਦੇਣੀਆਂ ਸੀ 1 ਅਪ੍ਰੈਲ ਤੋਂ ਜਿਹੜਾ ਸੈਸ਼ਨ ਸ਼ੁਰੂ ਹੋ ਚੁੱਕਾ, ਅਜੇ ਤੱਕ ਕਿਤਾਬਾਂ ਛਪੀਆਂ ਨਹੀਂ। ਉਹ
ਇਸ ਮਹੀਨੇ ਦੇ ਅਖੀਰ ਤੱਕ ਛਪ ਕੇ ਆਉਣ ਦੀ ਉਮੀਦ ਹੈਗੀ ਤੇ 85 ਕਰੋੜ ਦੀਆਂ ਕਿਤਾਬਾਂ ਸਰਕਾਰ ਨੇ ਵੰਡਣੀਆਂ ਨੇ। ਇਸ ਕਰਕੇ ਮਾਨ ਸਾਹਿਬ ਨੇ ਜਿੰਨੇ ਵੀ ਹੁਣ ਤੱਕ ਫੈਸਲੇ ਲਏ ਨੇ ਉਹ ਨੇਪਰੇ ਨਹੀਂ ਚੜ ਰਹੇ, ਕਿਉਂਕਿ ਇਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਵਿਧਾਨ ਸਭਾ ਦੇ ਵਿੱਚ ਭਗਤ ਸਿੰਘ ਦਾ ਤੇ ਡਾਕਟਰ ਅੰਬੇਦਕਰ ਦਾ ਅਸੀਂ ਬੁੱਤ ਲਗਾਵਾਂਗੇ। ਉਹ ਬੁੱਤ ਵੀ ਲਾਉਣਾ ਗਿਆ ਕਿਉਂਕਿ ਉੱਥੇ ਵੀ ਟੈਕਨੀਕਲ ਪ੍ਰੋਬਲਮ ਆ ਰਹੀ ਹੈ। ਟੈਕਨੀਕਲ ਪ੍ਰੋਬਲਮ ਇਹ ਆ ਰਹੀ ਹੈ ਕਿ ਉਹ ਯੂਨੈਸਕੋ ਹੈਰੀਟੇਜ ਆ ਤੇ ਉਹਦੇ ਵਿੱਚ ਤੁਸੀਂ ਤਬਦੀਲੀ ਨਹੀਂ ਕਰ ਸਕਦੇ ਜੀ। ਦੂਸਰੀ ਚੀਜ਼ ਇਸ ਕਰਕੇ ਜਿਹੜਾ ਸੀ ਇਹਨਾਂ ਨੇ ਹੋਰ ਵੀ ਕਈ ਵਾਅਦੇ ਕੀਤੇ ਸੀ ਜਿਹੜੇ ਪੂਰੇ ਹੋਣ ਦੇ ਸਮਰਥ ਨਹੀਂ। ਇਸ ਕਰਕੇ ਮਾਨ ਸਾਹਿਬ ਨੂੰ ਚਾਹੀਦਾ ਕਿ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਬਕਾਇਦਾ ਤੌਰ ਤੇ ਜਿਹੜਾ ਵਾ ਜਿਹੜੇ ਟੈਕਨੀਕਲ ਬੰਦੇ ਕਿਸੇ ਨੂੰ ਪੁੱਛ ਲੈਣ, ਜਿਹੜੇ ਬੰਦੇ ਜਾਣਕਾਰ ਨੇ। ਚੰਨੀ ਸਾਹਿਬ ਕੋਲ ਸਮਾਂ ਥੋੜਾ ਸੀ, ਐਲਾਨ ਹੀ ਕਰਦੇ ਗਏ। ਐਲਾਨ ਇੰਨੇ ਕੁ ਕਰਦੇ ਉਹਨੂੰ ਖੁਦ ਭੁੱਲ ਕੇ ਕਿੰਨੇ ਕੁ ਐਲਾਨ ਕੀਤੇ ਨੇ। ਉਹਨੂੰ ਐਲਾਨ ਮੁੱਖ ਮੰਤਰੀ ਕਿਹਾ ਤੁਸੀਂ ਉਹਨਾਂ ਨੂੰ, ਜੇ ਉਹਨਾਂ ਨੂੰ ਐਲਾਨ ਕਿਹਾ ਤਾਂ ਤੁਹਾਨੂੰ ਹੁਣ ਕੀ ਕਹੀਏ ਅਸੀਂ। ਇਸ ਕਰਕੇ ਮਾਨ ਸਾਹਿਬ ਜਿਹੜੇ ਤੁਸੀਂ ਵਾਅਦੇ ਕਰਦੇ ਹੋ ਤਰਤੀਬਵਾਰ ਕਰਦੇ। ਤੁਸੀਂ ਇਹ ਵੀ ਕਿਹਾ ਸੀ ਕਿ 1 ਅਪ੍ਰੈਲ ਤੋਂ 300 ਯੂਨਿਟ ਬਿਜਲੀ ਮਾਫ ਜਿਹੜੀ ਇੰਪਲੀਮੈਂਟ ਹੋ ਜਾਊਗੀ, ਉਹ ਵੀ ਨਹੀਂ ਹੋਈ। ਉਹ ਵੀ ਟੈਕਨੀਕਲ ਪ੍ਰੋਬਲਮ ਆ। ਵੈਸੇ ਵੀ ਇਸ ਵੇਲੇ ਸੂਬਾ ਜਿਹੜਾ 3 ਲੱਖ ਕਰੋੜ ਦਾ ਕਰਜ਼ਾਈ ਆ, ਕਿੰਨਾ ਕੁ ਹੋਰ ਕਰਜ਼ਾ ਲੈ ਕੇ ਉਹਦੀਆਂ ਕਿਸ਼ਤਾਂ ਦੇਈ ਜਾਓਗੇ ਤੇ ਕਰਜ਼ੇ ਤੇ ਆਪਣਾ ਕਰਜ਼ਾ ਲੈ ਕੇ ਕਰਜ਼ਾ ਲਾਓਗੇ, ਕਿੰਨਾ ਕੁ ਚਿਰ ਲਾਓਗੇ? ਆਖਰਕਾਰ ਤੇ ਫਿਰ ਜਿਹੜੀ ਕੇਂਦਰ ਸਰਕਾਰ ਜਾਂ ਰਿਜ਼ਰਵ ਬੈਂਕ ਨੂੰ ਆਪਣੀ ਸਖਤ ਕਾਰਵਾਈ ਕਰਨੀ ਪਊਗੀ ਕੋਈ। ਇਸ ਕਰਕੇ ਮਾਨ ਸਾਹਿਬ ਦੇ ਜਿਹੜੇ ਉਹ ਕੱਚੇ ਮੁਲਾਜ਼ਮ ਸੀਗੇ ਉਹਨਾਂ ਨੂੰ ਆਸ ਲਾ ਦੇਣੀ ਚਾਹੀਦੀ ਹੈ। ਠੇਕੇ ਵਾਲਿਆਂ ਨੂੰ ਮੈਂ ਦਿੱਤਾ 1 ਸਾਲ ਹੋਰ ਵੀ, ਚਲੋ ਠੇਕੇ ਤੇ ਕੰਮ ਕਰੀਓ ਤੁਸੀਂ। ਕੱਚੇ ਮੁਲਾਜ਼ਮਾਂ ਦੇ ਉੱਤੇ ਫਿਰ ਤਲਵਾਰ ਉਹੀ ਲੜਕੀ ਰਹੇਗੀ ਕਿ ਉਹ ਕੱਚੇ ਤੇ ਕੱਚੇ ਰਹਿਣਗੇ। ਜੀ ਜੀ। ਔਰ ਦੂਜੀ ਖਬਰ ਮੈਂ ਚਾਹਾਂਗੀ ਅਸੀਂ ਇਸ ਤੇ ਗੱਲ ਕਰੀਏ ਪੱਟੀ ਸਾਹਿਬ ਜੀ ਕਿ ਬਹੀਬਲ ਕਲਾਂ ਵਿਖੇ ਹੁਣ ਲੱਗੇਗਾ ਇੱਕ ਪੱਕਾ ਮੋਰਚਾ ਔਰ ਸਮਾਰੋਹ ਦੇ ਵਿੱਚ ਵੱਡੀ ਸੰਖਿਆ ਦੇ ਕਾਂਗਰਸ ਨੇਤਾ ਵੀ ਸ਼ਾਮਿਲ ਹੋਏ। ਨਵਜੋਤ ਸਿੱਧੂ ਨੇ ਕੀਤੀ ਫਾਸਟ ਟਰੈਕ ਦੀ ਮੰਗ, ਕੀ ਕਰ ਰਹੇ ਨੇ ਮੰਗ ਹੈ? 112-13 ਦਿਨ ਤੋਂ ਜਿਹੜਾ ਸੀ ਉਹਨਾਂ ਦਾ ਜਿਹੜੇ ਕਿਸ਼ਨ ਭਗਵਾਨ ਸਿੰਘ ਜਿਹੜੇ ਉੱਥੇ ਸ਼ਹੀਦ ਹੋਏ ਸੀ ਬਹਿਬਲ ਕਲਾਂ ਤੋਂ, ਉਹਨਾਂ ਦਾ ਬੇਟਾ ਸੁਖਰਾਜ ਸਿੰਘ ਮੋਰਚਾ ਲੈ ਕੇ ਬੈਠਾ ਸੀ। ਉਹਨੇ ਇੰਨੀ ਗੱਲ ਕਹੀ ਸੀ ਕਿ ਸਾਨੂੰ 31 ਮਾਰਚ ਤੱਕ ਇਨਸਾਫ ਨਾ ਮਿਲਿਆ ਤੇ ਅਸੀਂ ਸਖਤ ਐਕਸ਼ਨ ਲਈ ਮਜਬੂਰ ਹੋਵਾਂਗੇ। ਅੱਛਾ ਜੀ। ਤੇ 31 ਮਾਰਚ ਤੇ ਇਨਸਾਫ ਤੱਕ ਹੀ ਮਿਲਣਾ, ਕੁਝ ਵੀ ਨਹੀਂ ਮਿਲਿਆ। ਹੁਣ ਉਹਨਾਂ ਨੇ ਬਕਾਇਦਾ ਤੌਰ ਤੇ ਫਿਰ 6 ਤਰੀਕ ਨੂੰ ਇੱਕ ਜਿਹੜਾ ਸੀ ਇਕੱਠ ਸੱਦਿਆ ਸੀ ਤੇ ਵੱਡੀ ਗਿਣਤੀ 'ਚ ਇਕੱਠ ਲੋਕ ਸ਼ਾਮਲ ਹੋਏ ਸੀਗੇ। ਉਹਦੇ ਵਿੱਚ ਕਾਂਗਰਸੀ ਆਗੂ ਵੀ ਸ਼ਾਮਲ ਹੋਏ ਸੀਗੇ ਜਿਨ੍ਹਾਂ ਨੂੰ ਉੱਥੇ ਖੱਟੀਆਂ ਮਿੱਠੀਆਂ ਲੋਕਾਂ ਦੀਆਂ ਸੁਣਨੀਆਂ ਪਈਆਂ ਵੀ ਤੁਹਾਡੀ ਸਰਕਾਰ ਸੀ, ਤੁਸੀਂ 5 ਸਾਲ ਕੀ ਕੀਤਾ ਜੀ। ਔਰ ਨਵਜੋਤ ਸਿੰਘ ਸਿੱਧੂ ਨੇ ਫਿਰ ਜਦੋਂ ਬੋਲਣ ਦਾ ਮੌਕਾ ਮਿਲਿਆ ਤਾਂ ਉਹਨੇ ਕਿਹਾ ਜੀ ਮੈਂ ਗੁਰੂ ਨੂੰ ਸਮਰਪਿਤ ਹਾਂ, ਜਿੰਨਾ ਚਿਰ ਇਨਸਾਫ ਨਹੀਂ ਮਿਲ ਜਾਂਦਾ ਉਹਨਾਂ ਚਿਰ ਮੈਂ ਬਕਾਇਦਾ ਤੌਰ ਤੇ ਇਸ ਮੋਰਚੇ ਨਾਲ ਖੜਾ ਹਾਂ। ਉਹ ਕਹਿੰਦਾ ਮੇਰੀ ਕਾਰਗੁਜ਼ਾਰੀ ਵੇਖ ਲਓ, ਮੈਂ 2 ਸਾਲ ਘਰ ਬੈਠਾ ਰਿਹਾ ਇਸੇ ਕਰਕੇ ਵੀ ਤੁਸੀਂ ਬਰਗਾੜੀ ਮੋਰਚੇ ਦਾ ਇਨਸਾਫ ਨਹੀਂ ਦੇ ਰਹੇ, ਤੁਸੀਂ ਨਹੀਂ ਮਿਲਿਆ ਇਨਸਾਫ। ਅਸੀਂ ਲੜਦੇ ਰਹੇ ਉਹਦੇ ਨਾਲ ਜਿੰਨੀ ਜੋਗੇ ਹੈਗੇ ਸੀਗੇ। ਤੁਸੀਂ ਸਾਨੂੰ ਜੋ ਕਹਿਣਾ ਕਹਿ ਲਓ, ਜੋ ਸਾਡੇ ਤੇ ਇਲਜ਼ਾਮ ਉਹਨੇ ਲਾਈ ਜਾਓ। ਅਸੀਂ ਸੁਹਿਰਦ ਗੁਰੂ ਨੂੰ ਤੇ ਸੰਗਤ ਨੂੰ ਦੇਣਦਾਰ, ਅਸੀਂ ਜ਼ਰੂਰ ਆਪਣਾ ਕੰਮ ਕਰਾਂਗੇ। ਤੇ ਮੈਂ ਭਗਵੰਤ ਮਾਨ ਕਿਹਾ ਜੀ ਮੇਰਾ ਬਹੁਤ ਛੋਟਾ ਭਰਾ ਵਾ ਔਰ ਮੇਰਾ ਬੜਾ ਮਿੱਤਰ ਆ ਤੇ ਮੈਂ ਉਹਨੂੰ ਇਹ ਗੱਲ ਕਹਿੰਦਾ ਵੀ ਇਹਦੇ ਵਾਸਤੇ ਫਾਸਟ ਟਰੈਕ ਕੋਰਟਾਂ ਬਣਾਈਆਂ ਜਾਣ ਜਿਹਦੇ ਚ ਜਲਦੀ ਇਨਸਾਫ ਮਿਲਦੀ, ਕੋਈ ਆਸ ਵੱਧਦੀ, ਹਾਲ ਦੀ ਕੜੀ ਇਨਸਾਫ ਦੀ ਕੋਈ ਆਸ ਨਹੀਂ। ਤੇ ਜਿਹੜੇ ਸੀ ਕਾਫੀ ਬੁਲਾਰਿਆਂ ਨੇ ਟਿੱਪਣੀ ਕੀਤੀ, ਲੇਕਿਨ ਉਹਦੇ ਵਿੱਚ ਕਾਂਗਰਸ ਦੇ ਬੁਲਾਰੇ ਵੀ ਗਏ, ਜਿਵੇਂ ਡਾਕਟਰ ਨਵਜੋਤ ਸਿੰਘ ਹੋਰੀ ਗਏ, ਨਵਜੋਤ ਸਿੱਧੂ ਗਏ, ਹਰਵਿੰਦਰ ਗਿੱਲ ਸਾਬਕਾ ਵਿਧਾਇਕ ਗਏ, ਸੁਨੀਲ ਲੱਤੀ ਸਾਬਕਾ ਵਿਧਾਇਕ ਗਏ, ਹੋਰ ਵੀ ਕਈ ਜਿਹੜੇ ਸੀ ਕਾਂਗਰਸੀ ਇੱਥੇ ਗਏ। ਲੇਕਿਨ ਜਿਹੜੇ ਮੇਨ ਬੰਦੇ ਸੀ ਇਹਨਾਂ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ 1 ਜੂਨ 2018 ਤੋਂ 9 ਦਸੰਬਰ 2018 ਤੱਕ ਲੱਗੇ ਮੋਰਚੇ ਨੂੰ ਖਤਮ ਕਰਾਇਆ ਸੀਗਾ, ਉਹ ਲੋਕ ਨਹੀਂ ਕੱਲ ਉੱਥੇ ਪੁੱਜੇ। ਹਰਮਿੰਦਰ ਗਿੱਲ ਨੂੰ ਪੁੱਛਿਆ ਗਿਆ ਵੀ ਗਿੱਲ ਸਾਹਿਬ ਜਦੋਂ ਮੋਰਚਾ ਠੋਣਾ ਸੀ ਤੁਸੀਂ ਉਦੋਂ ਕੀ ਨਾਲ ਆਏ ਸੀ, ਦੱਸੋ ਕੀ ਕੀਤਾ ਤੁਸੀਂ? ਉਹ ਕਹਿੰਦਾ ਜੀ ਵੇਖੋ ਮੈਂ ਆਇਆ ਜ਼ਰੂਰ ਸੀਗਾ, ਮੈਂ ਤੁਹਾਡੇ ਨਾਲ ਇਹ ਵੀ ਕਿਹਾ ਸੀ ਕੈਪਟਨ ਸਾਹਿਬ ਨੇ ਕਮਿਟ ਕੀਤਾ ਤੇ ਅਸੀਂ ਤੁਹਾਨੂੰ ਇਨਸਾਫ ਦਿਆਂਗੇ। ਹੁਣ ਅਸੀਂ ਤਾਂ ਜਾ ਕੇ ਕਹਿ ਸਕਦੇ ਨੇ ਸੀ ਵੀ ਉਹਨਾਂ ਨੇ ਸਾਡੀ ਅੱਖ ਬੰਨ ਲਈ ਹੈ, ਇਨਸਾਫ ਤਾਂ ਉਹਨੇ ਦੇਣਾ ਸੀ ਨਾ, ਲੇਕਿਨ ਇਨਸਾਫ ਨਹੀਂ ਦਿੱਤਾ। ਅਸੀਂ ਤੁਹਾਡੇ ਨਾਲ ਖੜੇ ਆ, ਲੜਦੇ ਰਹੇ, ਗਾਹ ਵੀ ਲੜਾਂਗੇ ਜੀ। ਜੀ ਔਰ ਜਿਹੜੀ ਮੇਨ ਚੀਜ਼ ਸੀ ਜੀ ਉਹਦੀ ਮੈਂ ਰਹਿ ਗਈ ਜੀ। ਹਾਂਜੀ ਹਾਂਜੀ। ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਹਾਈਵੇ ਰੋਕਾਂਗੇ। ਅੱਛਾ। ਬਠਿੰਡਾ ਜਿਹੜਾ ਅੰਮ੍ਰਿਤਸਰ ਹਾਈਵੇ ਰੋਕਾਂਗੇ ਤੇ ਬਠਿੰਡਾ ਜਿਹੜਾ ਅੰਮ੍ਰਿਤਸਰ ਹਾਈਵੇ ਉਹਦੇ ਡਬਲ ਸਾਈਡ ਆ
ਦੋਈ ਪਾਸੇ ਉਹਦਾ ਤੰਬੂ ਗੱਡ ਕੇ ਪੱਕਾ ਮੋਰਚਾ ਦਾ ਦਿੱਤਾ ਹੈਗਾ ਵਾ। ਇਹ ਸ਼ਾਇਦ ਇਹਨਾਂ ਨੂੰ ਬਹੁਤਾ ਸੁਖਾਵਾ ਨਹੀਂ ਹੋਏਗਾ ਕਿ ਆਮ ਲੋਕ ਪਰੇਸ਼ਾਨ ਹੋਣਗੇ। ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਲੱਗਾ, ਮੁੱਖ ਮੰਤਰੀ ਨੇ ਹੈਲੀਕਾਪਟਰ ਨਹੀਂ ਆਉਣਾ ਤੇ ਵਾਪਸ ਚੱਲ ਜਾਣਾ ਜੀ ਜੀ। ਔਰ ਉਹ ਡਾਈਵਰਟ ਹੋਣਗੇ, ਲੋਕਾਂ ਨੂੰ ਫਰਕ ਪੈ ਗਿਆ, ਇਹਨੂੰ ਕੋਈ ਫਰਕ ਨਹੀਂ ਪਏਗਾ। ਇਸ ਕਰਕੇ ਉਹਦੇ ਉੱਤੇ ਵਿਚਾਰ ਹੋਣੀ ਚਾਹੀਦੀ ਦੁਬਾਰਾ ਵੀ ਤੁਸੀਂ ਇਹ ਕਿੰਨਾ ਚਿਰ ਰੋਕੋਗੇ ਹਾਈਵੇ ਰੋਕਿਆ ਜਿਹੜਾ ਵਾ ਉਹ ਬਹੁਤਾ ਫਾਇਦਾ ਨਹੀਂ ਹੋਣਾ ਜੀ। ਇਹਨਾਂ ਮੰਤਰੀਆਂ ਦੇ ਘਰ ਬੈਠੋ, ਸੰਤਰੀਆਂ ਦੇ ਅੱਗੇ ਬੈਠੋ ਜਾ ਕੇ, ਇਹਨਾਂ ਦੇ ਘਰਾਂ ਕਰੋ ਜਾ ਕੇ, ਫਿਰ ਭਾਵੇਂ ਕੋਈ ਹੱਲ ਹੋ ਜਾਵੇ, ਉਦਾਂ ਕੋਈ ਮੁਸ਼ਕਲ ਹੱਲ ਹੋਣਾ ਜੀ ਜੀ। और दो परिवार एकजुट होए ने और कारण हैगा से देवीलाल दी समाज ते चौटाला परिवार होए ने नतमस्तक, पर दोनों दे विच कोई गलबात नहीं हुई। की खबर है जी? ਸਭ ਤੋਂ ਵੱਡੀ ਗੱਲ ਇਹ ਹੈ ਜੀ, ਦੇਵੀ ਲਾਲ ਜਿਹੜੇ ਦੇਸ਼ ਦੇ ਡਿਪਟੀ ਮੁੱਖ ਮੰਤਰੀ, ਡਿਪਟੀ ਪ੍ਰਧਾਨ ਮੰਤਰੀ ਵੀ ਰਹੇ ਨੇ ਤੇ ਹਰਿਆਣੇ ਦੇ ਮੁੱਖ ਮੰਤਰੀ ਵੀ ਰਹੇ ਨੇ, ਤੇ ਉਹਨਾਂ ਦੀ ਜਿਹੜੀ ਸੰਘਰਸ਼ ਸਥਲ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਆ ਇੱਕ ਸਮਾਧ ਬਣੀ ਆ, ਤੇ ਉਸ ਸਮਾਧ ਤੇ ਜਿਹੜਾ ਸੀ ਨਤਮਸਤਕ ਹੋਣ ਵਾਸਤੇ ਦੇਵੀ ਲਾਲ ਪਰਿਵਾਰ ਬਕਾਇਦਾ ਗਿਆ। ਅਭੈ ਚੌਟਾਲਾ ਤੇ ਅਜੇ ਚੌਟਾਲਾ ਤੇ ਦੋ ਬੇਟੇ ਨੇ, ਦੇਵੀ ਲਾਲ ਦੇ ਦੋ ਪੋਤਰੇ ਨੇ ਤੇ ਓਮ ਪ੍ਰਕਾਸ਼ ਚੌਟਾਲਾ ਦੇ ਬੇਟੇ ਨੇ। ਜਿਹੜਾ ਅਭੈ ਚੌਟਾਲਾ ਤੇ ਅਜੇ ਚੌਟਾਲਾ, ਡਾਕਟਰ ਅਜੇ ਸਿੰਘ ਚੌਟਾਲਾ ਵਾ ਉਹ ਤੇ ਓਮ ਪ੍ਰਕਾਸ਼ ਚੌਟਾਲਾ ਸਾਬਕਾ ਮੁੱਖ ਮੰਤਰੀ, ਇਹ ਇੱਕ ਭਰਤੀ ਘੁਟਾਲੇ 'ਚ 10 ਸਾਲ ਸਜ਼ਾ ਵੀ ਭੁਗਤ ਚੁੱਕੇ ਨੇ। ਅਜੇ ਵੀ ਉਸ ਵਾਕੇ ਰਹਿ ਰਹੇ ਨੇ ਕਿ ਸਾਨੂੰ ਫਿਰ ਕੁਰਸੀ ਮਿਲ ਜਾਵੇ ਜੀ। ਇਹਨਾਂ ਨੇ ਬਕਾਇਦਾ ਤੌਰ ਤੇ ਜਿਹੜਾ ਅਜੇ ਚੌਟਾਲਾ ਵਾ, ਇਹਦਾ ਬੇਟਾ ਹੈਗਾ ਦੁਸ਼ਯੰਤ ਚੌਟਾਲਾ, ਜਿਹੜਾ ਹਰਿਆਣੇ ਦਾ ਡਿਪਟੀ ਮੁੱਖ ਮੰਤਰੀ ਆ, ਉਹ ਬਕਾਇਦਾ ਤੌਰ ਤੇ ਦੇਵੀ ਲਾਲ ਦੀ ਸਮਾਧ ਤੇ ਗਿਆ, ਨਤਮਸਤਕ ਹੋਇਆ। ਇਹ ਪਹਿਲਾਂ ਚਲੇ ਗਏ ਨਤਮਸਤਕ ਹੋ ਕੇ ਤੇ ਭੁੰਜੇ ਬੈਠ ਕੇ ਜੀ। ਦੂਜੇ ਪਾਸੇ ਉਦੋਂ ਬਾਅਦ ਅਭੈ ਚੌਟਾਲਾ ਆਇਆ ਵਾ, ਅਭੈ ਚੌਟਾਲਾ ਦੇ ਮੱਥਾ ਟੇਕਿਆ ਤੇ ਉਹ ਇੱਕ ਪਾਸੇ ਕੁਰਸੀ ਲੱਗੀ ਸੀ, ਕੁਰਸੀਆਂ ਤੇ ਬਹਿ ਗਿਆ। ਇੱਥੋਂ ਤੱਕ ਉਦੋਂ ਬਾਅਦ ਜਿਹੜਾ ਸੀ ਆਪਣੇ ਪੁੱਤਰੇ ਕਰਨ ਚੌਟਾਲਾ ਦੇ ਨਾਲ ਜੀ, ਜਿਹੜੇ ਓਮ ਪ੍ਰਕਾਸ਼ ਚੌਟਾਲਾ ਆਉਂਦੇ ਨੇ, ਉਹ ਵੀ ਮੱਥਾ ਟੇਕਦੇ, ਲੱਗੇ ਪਾਸੇ ਲੱਗੀਆਂ ਕੁਰਸੀਆਂ ਤੇ ਬਹਿ ਜਾਂਦੇ। ਦੋਵਾਂ ਪਰਿਵਾਰਾਂ ਦੇ ਵਿੱਚ ਕੁਰਸੀ ਦਾ ਯੁੱਧ ਇੰਨਾ ਕੁ ਚੱਲ ਚੁੱਕਾ ਵੀ ਆਪਸ ਵਿੱਚ ਅੱਖਾਂ ਵੀ ਨਹੀਂ ਮਲੀਆਂ ਗਿਆ ਤੇ ਕੋਈ ਦੁਆ ਸਲਾਮ ਨਹੀਂ ਕੀਤੀ ਗਈ। ਚਲੋ ਭਾਈ, ਹੁਣ ਤੁਸੀਂ ਆਪਣੇ ਵੱਡ ਵਡੇਰੇ ਦੀ ਜਿਹੜੀ ਆ ਇੱਕ ਨਤਮਸਤਕ ਹੋਣ ਆਏ ਹੋ, ਉਹਨਾਂ ਦੀ ਜਿਹੜੀ ਸਥਲ ਬਣਿਆ, ਸੰਘਰਸ਼ ਸਥਲ ਬਣਿਆ, ਉੱਥੇ ਤੁਸੀਂ ਸ਼ਰਧਾਂਜਲੀ ਭੇਟ ਕਰਨ ਵਾਸਤੇ ਤੇ ਘੱਟੋ ਘੱਟ ਹੁਣ ਤੇ ਆਪਣਾ ਕੁਰਸੀ ਦਾ ਜਿਹੜੀ ਭੁੱਖ ਉਹਨੂੰ ਤਿਆਗ ਦਿਓ, ਇੱਥੇ ਤੇ ਇਕੱਠੇ ਹੋ ਜਾਓ। ਲੇਕਿਨ ਓਮ ਪ੍ਰਕਾਸ਼ ਚੌਟਾਲਾ ਨੇ ਕਹਿ ਦਿੱਤਾ ਸੀ ਕਿ ਸਾਡਾ ਇਸ ਪਰਿਵਾਰ ਨਾਲ ਕੋਈ ਸੰਬੰਧ ਨਹੀਂ, ਇਹਨਾਂ ਨੇ ਸਾਡੇ ਜਿਹੜੇ ਦਾ ਲੋਕਤੰਤਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ। ਹੁਣ ਦੇਖੋ ਕੀ ਬਣਦਾ ਕੀ ਨਹੀਂ ਬਣਦਾ, ਲੇਕਿਨ ਇਹ ਜਿਹੜੀ ਗੱਲ ਦੋਵਾਂ ਪਰਿਵਾਰਾਂ 'ਚ ਇੰਨੀ ਕੁ ਦਰਾੜ ਪੈ ਚੁੱਕੀ ਆ, ਆਉਣ ਵਾਲੇ ਸਮੇਂ 'ਚ ਇਹ ਹੈ ਵੀ ਹੋ ਸਕਦਾ ਵੀ ਇਹ ਪਰਿਵਾਰ ਆਪਸ ਵਿੱਚ ਭਿੜ ਜਾਣ ਤੇ ਇਹਨਾਂ ਦਾ ਫਾਇਦਾ ਕੋਈ ਹੋਰ ਲੈ ਜਾਵੇ। ਜੀ ਜੀ ਭੱਟੀ ਸਾਹਿਬ ਜੀ, ਔਰ ਨੈਕਸਟ ਖਬਰ ਤੇ ਪਹੁੰਚਾਂਗੇ ਕਿ ਪੰਚਾਇਤ ਮੰਤਰੀ ਜਿਹੜੇ ਧਾਲੀਵਾਲ ਹੈਗੇ ਨੇ, ਉਹ ਪੂਰਵ ਮੰਤਰੀ ਬਾਲੂ ਤੇ ਉਹਨਾਂ ਨੇ ਉਹਨਾਂ ਤੇ ਰੇਤ ਵੇਚਣ ਦਾ ਆਰੋਪ ਲਗਾਇਆ। ਕੀ ਖਬਰ ਹੈ ਜੀ? ਇਹ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਬਕਾ ਸਾਡੇ ਰਹੇ ਨੇ ਪੰਚਾਇਤ ਮੰਤਰੀ ਜੀ, ਉਹਨਾਂ ਤੇ ਦੋਸ਼ ਲਾਇਆ ਵੀ ਜਿਹੜੀ ਪੰਚਾਇਤੀ ਜ਼ਮੀਨ ਸੀ ਉਹਦੇ ਵਿੱਚੋਂ 25 ਫੁੱਟ 3 ਫੁੱਟ ਰੇਤ ਤੁਸੀਂ ਕੱਢ ਸਕਦੇ ਹੋ। 25 ਫੁੱਟ ਰੇਤ ਜਿਹੜੀ ਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਆਪ ਵੇਚੀ ਹੈ। ਪਠਾਨਕੋਟ ਲਾਗੇ ਜਿਹੜੀ ਪੰਚਾਇਤੀ ਜ਼ਮੀਨ, ਉਹਦੇ ਵਿੱਚ ਰੇਤ ਦੇ ਲੱਖਾਂ ਟਨ ਦੇ ਢੇਰ ਲੱਗੇ ਪਏ ਨੇ ਜੀ, ਸਿਰਫ ਇਹਨਾਂ ਲੋਕਾਂ ਦੇ ਕਰਕੇ। ਉਹ ਕਹਿੰਦੇ ਵੀ ਅਸੀਂ ਇਹਦੀ ਬਕਾਇਦਾ ਤੌਰ ਤੇ ਪੜਤਾਲ ਕਰਾਵਾਂਗੇ ਤੇ ਜਿਹੜੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਆ, ਇਹ ਜਦੋਂ ਸੱਤਾ ਚ ਆਉਂਦੇ, ਕਾਂਗਰਸੀ ਆਉਂਦੇ ਜਾਂ ਅਕਾਲੀ ਆਉਂਦੇ, ਕਰਦੇ ਜਿਹੜੀ ਪੰਚਾਇਤੀ ਜ਼ਮੀਨ ਤਾਂ ਉਹ 1 ਸਾਲ ਵਾਸਤੇ ਆਪਣੇ ਨਾਂ ਤੇ ਲਾਟ ਕਰ ਲੈਂਦੇ ਆ, ਮੁੜ ਕੇ ਛੱਡਦੇ ਹੀ ਨਹੀਂ। ਮੁੜ ਕੇ ਉਹਨਾਂ ਦੀ ਰੈਫਰੀ ਰਿਕਾਰਡ ਕਰਕੇ ਆਪਣੇ ਨਾਲ ਕਰਾ ਦਿੰਦੇ ਆ। 11,501 ਜ਼ਮੀਨ ਜਿਹੜੀ ਆ ਜਿੱਥੇ ਇਹੋ ਜਿਹੇ ਲੋਕਾਂ ਨੇ ਦੱਬੀ ਹੋਈ ਹੈ। ਉਹਨਾਂ ਕਿਹਾ ਵੀ ਉਹ ਜਿਹੜੀ ਜ਼ਮੀਨ ਦੱਬੀ ਆ ਅਸੀਂ ਉਹ ਵੀ ਛਡਾਵਾਂਗੇ ਤੇ ਨਾਲ ਆ ਜਿਹੜੀ ਰੇਤ ਘਪਲਾ ਕੀਤਾ ਵਾ 3 ਫੁੱਟ ਦੀ ਬਜਾਏ 25 ਫੁੱਟ ਪੁੱਟੀ ਗਈ, ਤੁਸੀਂ ਰੇਤ ਖਾ ਗਏ ਹੋ, ਸਭ ਕੁਛ ਕਰ ਗਏ ਹੋ, ਇਹਦੀ ਜਾਂਚ ਵੀ ਕਰਾਵਾਂਗੇ। ਤੇ ਜਿਹੜੇ ਤ੍ਰਿਪਿੰਦਰ ਬਾਜਵਾ ਵਾ ਉਹ ਕਹਿੰਦੇ ਕਿ ਸਰਕਾਰ ਇਹਦੀ ਜਾਂਚ ਕਰਵਾ ਲੈ, ਮੇਰੇ ਵੱਲ ਜੋ ਵੀ ਹੈਗਾ ਉਹ ਕੱਢੇ, ਮੈਂ ਆਪ ਕਹਿੰਦਾ ਨਿਕਲ ਕੱਢੇ, ਜੇ ਮੈਂ ਕੋਈ ਗਲਤੀ ਕੀਤੀ ਮੇਰੇ ਖਿਲਾਫ ਕਾਰਵਾਈ ਕਰੇ ਜੀ। ਤੇ ਧਾਰੀਵਾਲ ਸਾਹਿਬ ਜਿਹੜੇ ਕੁਲਦੀਪ ਸਿੰਘ ਧਾਰੀਵਾਲ ਆ, ਵੈਸੇ ਤੇ ਜੇ ਉਹਨਾਂ ਦਾ ਪਿਛੋਕੜ ਵੇਖਿਆ ਜਾਵੇ ਤੇ ਉਹਨਾਂ ਤੇ ਵੀ ਕਈ ਦੋਸ਼ ਲੱਗਦੇ ਨੇ, ਲੇਕਿਨ ਹੁਣ ਮੰਤਰੀ ਨੇ ਉਹਨਾਂ ਨੇ ਕਹਿਤਾ ਅਸੀਂ ਜਾਂਚ ਵੀ ਕਰਾਵਾਂਗੇ ਤੇ ਜੇ ਲੋੜ ਪਈ ਤੇ ਪਰਚਾ ਦਰਜ ਕਰਕੇ ਜੇਲ੍ਹ ਯਾਤਰਾ ਵੀ ਕਰਾਵਾਂਗੇ ਜੀ। ਭੱਟੀ ਸਾਹਿਬ ਜੀ ਕਾਲਰ ਹੈਗੇ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਕਾਲਰ, ਤੁਸੀਂ 에ਅਰ ਤੇ ਹੋ ਜੀ, ਸਤਿ ਸ਼੍ਰੀ ਅਕਾਲ।
हेलो अंजू जी ते पट्टी साहब, वाहिगुरु जी का खालसा वाहिगुरु जी की फतेह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ दोनों जी। प्यारों की हाल चाल आप जी का? ਬਿਲਕੁਲ ਠੀਕ ਹੈ ਜੀ, ਤੁਸੀਂ ਸੁਣਾਓ ਜੀ। ओके सर जी, मेरे दो छोटे छोटे सवाल है जिदा कि हुण फिर बेअदबी दे संबंध विच फिर मोर्चे लाए हुए अपने गुरु के संग प्यारियां ने, ते कितना लगता थानू कि कोई है इंसाफ की उम्मीद कि इस तरह काम चलता जाएगा? दूसरा आप जी मैनू ये दसो कि हुण जथेदार जी बड़े गरजे है जी, पंथ नूं खतरा हो गया, फिर पंथ नूं खतरा हो गया, इस बारे दस्यो कि पिछों इन्हू कोई नोटिस मिलिया ਜਾਂ किदा की हिसाब है? ਦੇਖੋ ਜੀ, ਪਹਿਲੀ ਗੱਲ ਤੇ ਆ ਜਿਹੜੀ ਤੁਸੀਂ ਬਰਗਾੜੀ ਦੀ ਬੇਅਦਬੀ ਦੀ ਗੱਲ ਕੀਤੀ ਆ, ਬੇਅਦਬੀਆਂ ਲਗਾਤਾਰ ਅੱਜ ਵੀ ਜਾਰੀ ਨੇ। ਜਿਹੜੀ ਬਰਗਾੜੀ ਦੀ ਬੇਅਦਬੀ ਸੀ, 3 ਮੁਲਜ਼ਮ ਭਗੌੜੇ ਨੇ 7 ਫਰ ਕੇਂਦਰ ਦਿੱਤੇ ਤੇ ਇੱਕ ਨੂੰ ਜਿਹੜਾ ਸੀ ਕਤਲ ਕਰ ਦਿੱਤਾ ਗਿਆ ਸੀ, ਤੁਹਾਨੂੰ ਪਤਾ। ਉਹ ਤੇ ਪ੍ਰਕਿਰਿਆ ਚੱਲ ਰਹੀ ਹੈ, ਉਹ ਤੇ ਕਾਨੂੰਨ ਨੇ ਕਾਰਵਾਈ ਕਰਨੀ ਹੈ। ਜਿਹੜੀ ਬਹਿਬਲ ਕਲਾ ਕਾਂਡ ਤੇ ਜਿਹੜੀ ਹੈਗੀ ਕੋਟਕਪੂਰਾ ਕਾਂਡ, ਉਹਦੇ ਵਾਸਤੇ ਜੇ ਇਨਸਾਫ ਦੀ ਕੋਈ ਜਿਹੜੀ ਆ ਸਾਨੂੰ ਧੁੰਦਲੀ ਕਿਰਨ ਦਿਖਾਈ ਰਹੀ ਹੈ। ਕਿਉਂ ਦਿਖਾਈ ਦੇ ਰਹੀ ਹੈ? ਵੀ ਹਾਈ ਕੋਰਟ ਨੇ ਇੱਕ ਬਲੈਂਕਟ ਬੇਲ ਦੇ ਦਿੱਤੀ ਸੀ ਸਮੇਰ ਸਿੰਘ ਸੈਣੀ ਨੂੰ, ਮੁੱਖ ਦੋਸ਼ੀ ਨੂੰ, ਜਿਹਦੇ ਹੁਕਮ ਤੇ ਗੋਲੀ ਚਲਾਈ ਗਈ ਤੇ ਬੰਦੇ ਮਾਰੇ ਗਏ ਤੇ ਫੱਟੜ ਕੀਤੇ ਗਏ, ਡਾਂਗਾ ਫੇਰੀਆਂ ਗਈਆਂ। ਉਹਨੂੰ ਕਹਿਤਾ ਸੀ 22 ਅਪ੍ਰੈਲ ਤੱਕ ਕੋਈ ਵੀ ਕਾਰਵਾਈ ਦੇ ਖਿਲਾਫ ਨਾ ਕੀਤੀ ਜਾਵੇ, ਇਹ 10 ਕਤਲ ਕਰਕੇ ਤਾਂ ਵੀ ਤੁਸੀਂ ਫੜਨਾ ਨਹੀਂ। ਉਹਦੇ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਜਮੰਨਾ ਨੇ ਬੜੀ ਹੈਰਾਨਗੀ ਪ੍ਰਗਟ ਕੀਤੀ ਸੀ ਕਿ ਇਹ ਬੇਲ ਕਿਵੇਂ ਹੋ ਗਈ। ਉਹਦੇ ਤੇ ਜਾਂਚ ਪੜਤਾਲ ਚੱਲ ਰਹੀ ਆ, ਲੇਕਿਨ ਥੋੜੇ ਦਿਨ ਰਹਿ ਗਏ। 22 ਤੋਂ ਬਾਅਦ ਜਿਹੜੀ ਇਹ ਸਿੱਟ ਬਣੀ ਹੈ, ਇਹ ਕੀ ਕਾਰਵਾਈ ਕਰਦੀ ਇਹ ਤੇ ਪਤਾ ਕੋਈ ਨਹੀਂ। ਕਿਉਂ ਮੈਂ ਸਿੱਧੀ ਗੱਲ ਕਰ ਹੀ ਦਿਆਂ, ਦਿੱਲੀ ਦੇ ਕੁਝ ਲੋਕ ਨੇ ਜਿਹੜੇ ਆਪਣੇ ਆਪ ਨੂੰ ਕਾਂਗਰਸ ਵੀ ਖੋਦੇ ਤੇ ਦਿੱਲੀ ਕਮੇਟੀ ਦੇ ਕਾਬਜ਼ਾ ਵੀ ਰਹੇ ਨੇ। ਕੈਪਟਨ ਅਮਰਿੰਦਰ ਸਿੰਘ 17 ਜੁਲਾਈ 2017 ਨੂੰ ਜਦੋਂ ਮੁੱਖ ਮੰਤਰੀ ਬਣਿਆ, ਉਦੋਂ ਬਾਅਦ ਦਿੱਲੀ ਗਿਆ ਸੀ ਤੇ ਉਹਨਾਂ ਨੇ ਇੱਕ ਬੜੇ ਵੱਡੇ ਹੋਟਲ 'ਚ ਉਹਦੀ ਪਾਰਟੀ ਕੀਤੀ ਸੀ। ਉਹ ਸਮਾਗਮ ਦੇ ਵਿੱਚ ਕੈਪਟਨ ਨੇ ਵੀ ਸੰਬੋਧਨ ਕੀਤਾ ਸੀ ਤੇ ਉਹਨਾਂ ਦੋਵਾਂ ਭਰਾਵਾਂ ਨੇ ਸੰਬੋਧਨ ਕੀਤਾ ਸੀ ਤੇ ਬਕਾਇਦਾ ਤੌਰ ਤੇ ਕਿਹਾ ਸੀ ਵੀ ਵੇਖੋ ਕੈਪਟਨ ਸਾਹਿਬ, ਸਾਡੀ ਪਹਿਲ ਜਿਹੜੀ ਆ ਉਹ ਬੇਅਦਬੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦਿਵਾਉਣੀ ਹੋਣੀ ਚਾਹੀਦੀ ਹੈ। ਬਾਕੀ ਗੱਲਾਂ ਛੱਡੋ, ਤੁਸੀਂ ਬਹਿਬਲ ਕਲਾਂ ਦੇ ਕੋਟਕਪੂਰਾ ਦੀਆਂ ਕੈਪਟਨ ਸਾਹਿਬ ਨੇ ਉੱਥੇ ਵੀ ਕਿਹਾ ਜੀ ਮੇਰੀ ਪ੍ਰਾਇਰਟੀ ਇਹ ਹੋਏਗੀ, ਲੇਕਿਨ ਕੈਪਟਨ ਸਾਹਿਬ ਨੇ ਸਵਾਏ ਕਮਿਸ਼ਨ ਬਣਾਉਣ ਤੋਂ, ਸਿੱਟ ਬਣਾਉਣ ਤੋਂ ਇਦੋਂ ਬਾਅਦ ਨਹੀਂ ਲੰਘੇ। ਉਹ 3 ਵਾਰੀ ਆ ਕੇ ਕੈਪਟਨ ਨੂੰ ਬਕਾਇਦਾ ਤੌਰ ਤੇ ਚੰਡੀਗੜ੍ਹ ਵੀ ਮਿਲੇ ਵੀ ਕੈਪਟਨ ਸਾਹਿਬ ਕੁਝ ਕਰੋ। ਜਦੋਂ ਤੀਜੀ ਵਾਰੀ ਮਿਲੇ ਤੇ ਅੱਗੋਂ ਕੈਪਟਨ ਨੇ ਕੁਝ ਨਹੀਂ ਕਿਹਾ। ਉਹਦੇ ਸਿਪਾਹ ਸਲਾਰ ਇੱਕ ਚਹਿਲ ਹੈਗੇ ਨੇ ਜੀ, ਭਰਤਿੰਦਰ ਸਿੰਘ ਚਹਿਲ, ਉਹਨੇ ਕਹਿਤਾ ਜੀ ਵੇਖੋ ਜਨਾਬ, ਤੁਸੀਂ ਆਪਣੇ ਘਰ ਜਾਓ, ਅਸੀਂ ਕੱਖ ਨਹੀਂ ਜੇ ਕਰਨਾ, ਇਸ ਵਾਰ ਤਾਂ ਮੈਨੂੰ ਦੁਬਾਰਾ ਆਉਣ ਦੀ ਲੋੜ ਵੀ ਨਹੀਂ ਹੈਗੀ। ਉਹ ਬੰਦਿਆਂ ਨੇ ਮੁੜ ਕੇ ਕੈਪਟਨ ਦੇ ਨਾ ਘਰ ਗਏ, ਨਾ ਸਲਾਮ ਕੀਤੀ, ਨਾ ਗਏ। ਉਹਨਾਂ ਨੇ ਕਾਫੀ ਮੁੱਦਾ ਉਠਾਇਆ ਸੀਗਾ। ਜਦੋਂ ਉਹਨਾਂ ਕਹਿਤਾ ਸੀ ਕਰਨਾ ਹੀ ਕੁੱਖ ਨਹੀਂ ਕਰਤਾ ਨੇ, ਬਾਕੀ ਕੀ ਰਹਿ ਗਿਆ? ਜਿਹੜੀ ਮੌਜੂਦਾ ਸਰਕਾਰ ਆ ਇਹ ਫਾਇਦਾ ਵੇਖੂਗੀ। ਜੇ ਇਹਨਾਂ ਨੂੰ ਸਜ਼ਾਵਾਂ ਦੇਣ ਦਾ ਕੋਈ ਫਾਇਦਾ ਹੁੰਦਾ ਤਾਂ ਜ਼ਰੂਰ ਕਰਨਗੇ, ਜੇ ਫਾਇਦਾ ਨਹੀਂ ਹੁੰਦਾ ਸਿਆਸੀ ਤੌਰ ਤੇ ਫਿਰ ਉਹ ਕਿਉਂ ਕਰਨਗੇ? ਹੁਣ ਇੱਕ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਵੀ ਜਿਹੜਾ ਹਾਈਵੇ ਬੰਦ ਕੀਤਾ, ਉਹ ਹਾਈਵੇ ਬੰਦ ਕੀਤਾ, ਆਮ ਲੋਕ ਪਰੇਸ਼ਾਨ ਹੁੰਦੇ ਆ। ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰੋ, ਕਿਸਾਨਾਂ ਤੋਂ ਸਿੱਖੋ, ਇਹਨਾਂ ਨੂੰ ਘੇਰੋ, ਇਹਨਾਂ ਦੀਆਂ ਗੱਡੀਆਂ ਘੇਰੋ, ਇਹਨਾਂ ਨੂੰ ਘੇਰ ਕੇ ਪੁੱਛੋ ਕਿ ਦੱਸੋ ਕੀ ਕੀਤਾ ਤੁਸੀਂ ਹੁਣ ਤੱਕ ਸਾਡਾ। ਇਹਨਾਂ ਦੇ ਐਮਐਲਏ ਨੂੰ ਘੇਰੋ, ਮੰਤਰੀਆਂ ਨੂੰ ਘੇਰੋ। ਹੁਣ ਕੱਲ ਵੇਖੋ ਨਵਜੋਤ ਸਿੰਘ ਸਿੱਧੂ ਗਿਆ, ਜਿਹੜਾ 2 ਸਾਲ ਘਰ ਬੈਠਾ ਗਿਆ, ਹਮੇਸ਼ਾ ਹੀ ਰੌਲਾ ਪਾਉਂਦਾ ਰਿਹਾ। ਉਹਨੇ ਉੱਥੋਂ ਐਡਵੋਕੇਟ ਜਨਰਲ ਬਦਲਾਤਾ ਵੀ ਇਹ ਬੰਦਾ ਜਿਹਨੇ ਬਲੈਂਕਟ ਬੇਲ ਸਾਡੀ ਲੈ ਕੇ ਦਿੱਤੀ ਸੀ, ਇਹ ਸਾਨੂੰ ਇਨਸਾਫ ਕੀ ਦਊਗਾ ਜੀ। ਉਹਨੇ ਡੀਜੀਪੀ ਬਦਲਾਤਾ ਜਿਹਨੇ ਕੀਤਾ ਕੱਖ ਨਹੀਂ ਸੀਗਾ। ਇਸ ਕਰਕੇ ਉਹਦੇ ਤੇ ਟਿੱਪਣੀਆਂ ਕੀਤੀਆਂ ਗਈਆਂ। ਉਹਨੇ ਚਿੱਟੇ ਲਫ਼ਜ਼ਾਂ ਕਹਿ ਦਿੱਤਾ ਜੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਮੋਰਚੇ ਦੇ ਨਾਲ ਖੜਾ ਵਾ, ਡਰ ਕੇ ਖੜਾ, ਮੈਨੂੰ ਪੁੱਛੀ ਕੱਛੀ ਕੋਈ ਗੱਲ ਨਹੀਂ, ਮੈਨੂੰ ਲੋੜ ਪਈ ਮੈਂ ਕਾਂਗਰਸ ਵੀ ਛੱਡ ਦੂੰਗਾ, ਲੇਕਿਨ ਮੈਂ ਨਾਲ ਖੜਾ ਵਾ। ਨਹੀਂ ਤਾਂ ਫਿਰ ਵੀ ਸੁਣੀਆਂ ਪਈਆਂ ਉੱਥੋਂ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਇਨਸਾਫ ਦੀ ਅਜੇ ਕੋਈ ਕਿਰਨ ਦਿਖਾਈ ਨਹੀਂ ਦੇ ਰਹੀ। ਆਉਣ ਵਾਲੇ ਸਮੇਂ 'ਚ ਕੁਝ ਹੋ ਜਾਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਨੈਕਸਟ ਕਾਲ ਲਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਏਅਰ ਤੇ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਅੰਡੀ ਜੀ, ਸਤਿ ਸ਼੍ਰੀ ਅਕਾਲ। ਅੱਛਾ ਆਪਣਾ ਪੱਟੀ ਸਾਹਿਬ, ਮੇਰੇ ਕੋਲੋਂ ਇੱਕ ਗੱਲ ਪੁੱਛਣੀ ਸੀਗੀ ਕਿ ਵੀ ਸਿੱਧੂ ਪ੍ਰਧਾਨ ਰਿਹਾ ਕਾਂਗਰਸ ਦਾ ਜਦੋਂ ਆਪਣਾ ਪਾਰਟੀ ਪਾਵਰ ਦੇ ਵਿੱਚ ਸੀਗੀ, ਉਦੋਂ ਇਹਨੇ ਕਿੰਨਾ ਜ਼ੋਰ ਲਾਇਆ ਤੇ ਜਿਹੜੇ ਵੀ ਬਾਕੀ ਦੇ ਐਮਐਲਏ ਕਾਂਗਰਸ ਦੇ ਬੈਠੇ ਨੇ ਸਾਬਕਾ ਜਾਂ ਕਰੰਟ,
ਉਹ ਕਿੰਨੇ ਕੁ ਉਹਨਾਂ ਨੇ ਜ਼ੋਰ ਲਗਾਇਆ ਸੀਗਾ ਕਿ ਹਾਂ ਵੀ ਚਾਹੇ ਆਪਣਾ ਕੈਪਟਨ ਸਾਹਿਬ ਹੋਣ ਜਾਂ ਚੰਨੀ ਹੋਵੇ, ਉਹਨਾਂ ਨੇ ਕਿੰਨਾ ਕੁ ਜ਼ੋਰ ਲਾਇਆ ਸੀਗਾ ਕਿ ਹਾਂ ਵੀ ਇਹ ਆਪਣਾ 5-6 ਮਹੀਨੇ ਦਾ ਮੈਂ ਕਹਿ ਲਓ ਚੰਨੀ ਵੀ ਰਿਹਾ ਹੋਵੇ ਤੇ ਪ੍ਰਧਾਨ ਆਪਣਾ ਸਿੱਧੂ ਸਾਹਿਬ ਰਹੇ ਨੇ, ਉਹਨੂੰ ਇਹਨਾਂ ਨੇ ਕਿੰਨਾ ਕੁ ਜ਼ੋਰ ਲਗਾਇਆ ਸੀਗਾ ਕਿ ਹਾਂ ਵੀ ਇਹਦਾ ਇਸ ਆਪਣਾ ਇਨਸਾਫ ਹੋਣਾ ਚਾਹੀਦਾ। ਜਿਹੜਾ ਅੱਜ ਉਹ ਆਪਣਾ ਧਰਨੇ ਤੇ ਬੈਠੇ ਨੇ, ਅਜੇ ਉਹਨਾਂ ਨੂੰ ਆਇਆ ਨੂੰ ਇਹਦਾ ਜਵਾਬ ਨਾ ਹੋਇਆ ਆ, ਥੋੜਾ ਟਾਈਮ ਤਾਂ ਚਾਹੀਦਾ ਹੈ ਜਾਂ ਉਸ ਦਿਨ ਆਪਣਾ ਇੱਕੋ ਦਿਨ ਦਾ ਹੀ ਫੈਸਲਾ ਹੋ ਜਾਂਦਾ ਇਸ ਚੀਜ਼ ਦਾ, ਕੌਣ ਗੁਨਾਹਗਾਰ ਹੈ ਕੌਣ ਨਹੀਂ। ਇਹਦਾ ਜਵਾਬ ਅਸੀਂ ਦੇ ਚੁੱਕੇ ਹਾਂ ਜੀ, ਤੁਸੀਂ ਇਹ ਨਹੀਂ ਸੁਣਿਆ ਕਿ ਸਿੱਧੂ ਸਾਹਿਬ ਜਿੰਨੀ ਜੋਗੇ ਸੀ ਆਪਣੀ ਉਹ ਰੌਲਾ ਪਾਉਂਦੇ ਰਹੇ, 2 ਸਾਲ ਕੈਪਟਨ ਦੀ ਲੜਾਈ ਲੈ ਕੇ ਘਰ ਬੈਠੇ ਰਹੇ ਕਿ ਭਾਈ ਤੁਸੀਂ ਕੁਝ ਕਰ ਨਹੀਂ ਦੇ ਰਹੇ, ਲੋਕਾਂ ਨੂੰ ਅਸੀਂ ਕਮਿਟਮੈਂਟ ਕੀਤੀ ਸੀ। ਚੰਨੀ ਸਾਹਿਬ ਬਾਰੇ ਅਸੀਂ ਪਹਿਲਾਂ ਕਹਿ ਦਿੱਤੇ ਵੀ ਉਹਨਾਂ ਨੂੰ ਕੇਜਰੀਵਾਲ ਨੇ ਕਿਹਾ ਸੀ ਸਿਰਫ ਐਲਾਨ, ਮੁੱਖ ਮੰਤਰੀ ਨੇ ਐਲਾਨ ਬੜੇ ਕੀਤੇ ਤੇ ਆਪ ਵੀ ਭੁੱਲ ਗਏ ਮੈਂ ਕਿਹੜੇ ਐਲਾਨ ਕੀਤੇ ਸੀਗੇ। ਉਹਨਾਂ ਨੂੰ ਸਮਾਂ ਮਿਲਿਆ ਬਹੁਤ ਥੋੜਾ, 111 ਮਿਲੇ ਬੰਦਾ ਕੀ ਕਰ ਸਕਦਾ। ਹੁਣ ਵੀ ਸਾਰੇ ਗੱਲ ਕਹਿੰਦੇ ਨੇ ਭਗਵੰਤ ਮਾਨ ਨੂੰ 6 ਮਹੀਨੇ ਦਿਓ ਜੀ, 6 ਮਹੀਨੇ ਬਾਅਦ ਵੇਖਾਂਗੇ ਕੀ ਕੀਤਾ, ਕੀ ਦੇਖੋ ਜੋ ਤਾਂ ਫੇਰ ਕਰਾਂਗੇ ਆਪਾਂ ਇਹਦੇ ਨਾਲ। ਇਸ ਕਰਕੇ ਇਹਦਾ ਜਵਾਬ ਅਸੀਂ ਪਹਿਲਾਂ ਦੇ ਚੁੱਕੇ ਹਾਂ, ਜੇ ਦੁਬਾਰਾ ਦੇਵਾਂਗੇ ਟਾਈਮ ਸਵਾਲ ਕਰਨਾ ਦੀ ਗੱਲ ਆ, ਜੇ ਦੁਬਾਰਾ ਪ੍ਰੋਗਰਾਮ ਸ਼ੁਰੂ ਹੋਣਾ ਤਾਂ ਦੁਬਾਰਾ ਸੁਣ ਲਿਓ ਤੁਸੀਂ। ਜੀ ਜੀ ਹਾਂਜੀ ਪੱਟੀ ਸਾਹਿਬ ਜੀ, ਨੈਕਸਟ ਸਵਾਲ ਹੈਗਾ ਕਿ ਜੇਲ੍ਹ ਵਿੱਚ ਮਜੀਠੀਆ ਨੂੰ ਕੋਈ ਵੀ ਖਤਰਾ ਨਹੀਂ ਹੈ ਔਰ ਮੈਂ ਬੈਰਕ ਅੱਗੇ ਕੁਰਸੀ ਢਾ ਕੇ ਪਹਿਰਾ ਦੇਣ ਲਈ ਤਿਆਰ ਹੈਗਾ, ਜੇਲ੍ਹ ਸੁਪਰਡੈਂਟੈਂਟ ਕਹਿੰਦੇ ਨੇ, ਵਾਕਈ ਕੋਈ ਖਤਰਾ ਨਹੀਂ? ਕੀ ਕਹਿੰਦੇ ਨੇ ਖਬਰ? 1947 ਦੀ ਜਦੋਂ ਵੰਡ ਹੋਈ ਹੈ ਜੀ, ਆਮ ਲੋਕ ਮਾਰੇ ਗਏ ਸੀ ਪਰ ਜਿਹੜੇ ਜੇਲ੍ਹਾਂ 'ਚ ਬੰਦ ਸੀ ਉਹ ਸੇਫ ਰਹੇ ਸੀ, ਉਹ ਬੰਦੇ ਮਾਰੇ ਨਹੀਂ ਗਏ, ਉੱਥੋਂ ਵਟਾਂਦਰੇ 'ਚ ਆ ਗਏ ਸੀ। ਅੱਜ ਵੀ ਜੇਲ੍ਹ ਜਿਹੜੀ ਆ, ਜੇਲ੍ਹ ਦੇ ਵਿੱਚ ਜਿਹੜੀ ਇਹੀ ਚੀਜ਼ ਹੁੰਦੀ ਹੈ ਪਰ ਤੋਂ ਸੁਰੱਖਿਆ ਹੁੰਦੀ ਹੈ, ਲੇਕਿਨ ਜੇਲ੍ਹਾਂ ਵੀ ਅੱਜ ਕੱਲ੍ਹ ਜੇਲ੍ਹਾਂ ਨਹੀਂ ਰਹੀਆਂ, ਜੇਲ੍ਹਾਂ ਵੀ ਸਿਆਸਤ ਦਾ ਖੜਾ ਬਣ ਚੁੱਕੀਆਂ। ਬਿਕਰਮ ਸਿੰਘ ਮਜੀਠੀਆ ਨੂੰ ਜਨਰਲ ਵਾਰਡ 'ਚ ਨਹੀਂ ਰੱਖਿਆ ਜਾ ਸਕਦਾ। ਬਿਕਰਮ ਸਿੰਘ ਮਜੀਠੀਆ ਨੂੰ ਇੱਕ ਚੱਕੀਆਂ ਬਣਾਈਆਂ ਹੁੰਦੀਆਂ ਸੀ ਅੰਗਰੇਜ਼ਾਂ ਨੇ, ਚੱਕੀਆਂ ਜਦੋਂ ਚੱਕੀ ਹੁੰਦੀ ਸੀ, ਚੱਕੀ ਪੀਣੀ ਪੈਂਦੀ ਸੀ, ਆਟਾ ਪੀਣਾ ਪੈਂਦਾ ਸੀ ਰੋਜ਼, ਉਹਨੂੰ ਚੱਕੀ ਹੱਥ 'ਚ ਚੱਕੀ ਚਲਾਉਣ। ਹੁਣ ਚੱਕੀਆਂ ਤੇ ਹੈਗੀ ਹੈ ਨਹੀਂ, ਲੇਕਿਨ ਚੱਕੀਆਂ ਵੱਜਦੀਆਂ ਨੇ। ਜਿਹੜੀ ਉਹ ਵੱਖਰੀ ਕੋਠੜੀ ਹੁੰਦੀ ਆ, ਉਹਦੇ ਵਿੱਚ ਜਿਹੜਾ ਉਹ ਬੰਦੇ ਜਿਹੜੇ ਵੇਖੇ ਜਾਂਦੇ ਆ, ਇੱਕ ਰੱਖਿਆ ਜਾਂਦਾ, 3 ਰੱਖੇ ਜਾਂਦੇ ਆ ਜੀ। ਇੱਕ ਰੱਖਣ ਦਾ ਮਤਲਬ ਹੁੰਦਾ ਵੀ ਇਕੱਲਾ ਤੇ ਕੋਈ ਗੱਲ ਨਹੀਂ, 3 ਰੱਖਣ ਦਾ ਮਤਲਬ ਹੁੰਦਾ ਜੇ ਕਿਤੇ 2 ਲੜ ਪੈਣ ਤੇ ਜਾਂ ਛਡਾ ਤੇ ਜਾਊਗਾ, ਮਰਨੋਂ ਬਚ ਜਾਣਗੇ। ਹੁਣ ਮਜੀਠੀਆ ਸਾਹਿਬ ਨੂੰ ਇਕੱਲਿਆ ਰੱਖਿਆ ਗਿਆ। ਪਹਿਲੀ ਬੈਰਕ ਜਦੋਂ ਰੱਖਿਆ ਗਿਆ ਸੀਗਾ ਤੇ ਉਦੋਂ ਹਰਜੋਤ ਸਿੰਘ ਬੈਂਸ ਜਿਹੜੇ ਸਾਡੇ ਹੈਗੇ ਸੀ ਜੇਲ੍ਹ ਮੰਤਰੀ, ਉਹ ਜੇਲ੍ਹ 'ਚ ਗਏ, ਉਹਨਾਂ ਨੂੰ ਪੁਲਿਸ ਇਨਫੋਰਮੇਸ਼ਨ ਤੇ VIP ਟੀਮ ਨੂੰ ਦਿੱਤਾ ਜਾ ਰਿਹਾ। ਜਦੋਂ ਉਹ ਗਏ ਉਹਨਾਂ ਨੇ ਬਕਾਇਦਾ ਤੌਰ ਤੇ ਇਹਨਾਂ ਦੀ ਬੈਰਕ ਦੀ ਆਪ ਤਲਾਸ਼ੀ ਲਈ ਤੇ ਤੁਹਾਨੂੰ ਇਹ ਦੱਸ ਦਿਆਂ ਵੀ ਜਿਹੜੀ ਆ ਗੇਟ ਤੋਂ ਅੱਗੇ ਉੱਥੇ ਹਥਿਆਰ ਨਹੀਂ ਜਾ ਸਕਦਾ ਕੋਈ ਵੀ ਪੁਲਿਸ ਦਾ। ਇਹ ਆਪਣੇ ਗਨਮੈਨ ਹਥਿਆਰਾਂ ਸਮੇਤ ਨਾਲ ਲੈ ਕੇ ਗਿਆ। ਠੀਕ ਆ, ਚੰਗੀ ਗੱਲ ਆ ਕਿ ਅੰਦਰ ਬੰਦੇ ਕੋਈ ਇਹੋ ਜਿਹੇ ਹੈਗੇ ਜਿਹੜੇ ਗੱਲ ਵੀ ਪੈ ਸਕਦੇ ਆ, ਮੰਤਰੀ ਵੀ ਕੂਗੂ ਤੁਰੇ ਫਿਰਦਾ। ਹੁਣ ਇਹਨਾਂ ਨੇ ਜੇ ਤਲਾਸ਼ੀ ਲਈ, ਭਾਵੇਂ ਉੱਥੋਂ ਤਰਾਜੋ ਕੁਛ ਨਹੀਂ ਮਿਲਿਆ, ਤੇ ਉਹਨਾਂ ਨੇ ਕਹਿਤਾ ਜੀ ਜੇਲ੍ਹ ਦੀ ਕੋਠੜੀ ਬਦਲ ਦਿੱਤੀ ਜਾਵੇ। ਇਹਨਾਂ ਦੀ ਕੋਠੜੀ ਬਦਲੀ ਗਈ ਤੇ ਫਾਂਸੀ ਜਿਹਨੂੰ ਹੋਈ ਹੁੰਦੀ ਹੈ ਨਾ, ਉੱਥੇ ਰੱਖਿਆ ਜਾਂਦਾ ਫਾਂਸੀ ਕਾਲ ਕੋਠੜੀ ਹੁੰਦੀ ਹੈ, ਉੱਥੇ ਸ਼ਿਫਟ ਕਰਨ ਦੀ ਗੱਲ ਕੀਤੀ ਗਈ। ਤੇ ਫਿਰ ਉਹਨੇ ਇਤਰਾਜ਼ ਕੀਤਾ ਵੀ ਮੈਂ ਫਾਂਸੀ ਹਫਤਾ ਹੋ ਜਾਵਾਂ। ਉਹਨੂੰ ਫਿਰ ਇੱਕ ਬੈਰਕ ਹੋਰ ਸੀਗੀ, ਉੱਥੇ ਸ਼ਿਫਟ ਕਰਨ ਦੀ ਗੱਲ ਕੀਤੀ ਕਿ ਜਿੱਥੇ ਬਹੁਤ ਸੰਗੀਨ ਨੰਬਰਾਂ ਦੀ ਰੱਖੇ ਜਾਂਦੇ ਆ, ਉਹਨੇ ਉਹਦਾ ਵਿਰੋਧ ਕੀਤਾ। ਫਿਰ ਤੀਜੀ ਬੈਰਕ ਨੂੰ ਰੱਖਿਆ ਗਿਆ। ਜਿਹੜੀ ਬੈਰਕ ਚ ਰੱਖਿਆ ਗਿਆ ਉੱਥੇ ਸਹੂਲਤਾਂ ਘੱਟ ਹੋਣਗੀਆਂ, ਜਿਹੜੀ ਪਹਿਲੀ ਬੈਰਕ ਸੀ ਸਹੂਲਤਾਂ ਜ਼ਿਆਦੀਆਂ ਹੋਣਗੀਆਂ। ਹੁਣ ਬਿਕਰਮ ਸਿੰਘ ਮਜੀਠੀਆ ਨੇ ਇੱਕ ਕੈਪਟਨ ਦਿੱਤੀ ਸੀ ਵੀ ਨੋਟ ਇਜ਼ ਵੈਲ ਹੇਅਰ ਸਰ, ਜੱਜ ਨੂੰ ਕਿਹਾ ਸੀ ਵਰਚੁਅਲ ਆਪਣੀ ਜੋ ਤਰੀਕੇ ਦਿੱਤੀ ਇਹਨਾਂ ਨੇ, ਨਾਲ ਇੱਕ ਐਪਲੀਕੇਸ਼ਨ ਦਿੱਤੀ ਸੀ ਮੈਂ ਇੱਥੇ ਸੇਫ ਨਹੀਂ, ਮੇਰੀ ਸੇਫਟੀ ਦਾ ਪ੍ਰਬੰਧ ਕੀਤਾ ਜਾਵੇ, ਮੇਰੀ ਇੱਕ ਕੋਠੜੀ ਬਦਲੀ ਜਾਵੇ। ਹੁਣ ਕੋਠੜੀ ਤੇ ਬਦਲੀ ਨਹੀਂ ਗਈ। ਜਿਹੜਾ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਆ, ਉਹਨੇ ਆਪ ਜਾ ਕੇ ਅਦਾਲਤ ਚ ਇੰਨੀ ਗੱਲ ਸਲੂਟ ਮਾਰ ਕੇ ਜੱਜ ਨੂੰ ਗੱਲ ਕਹੀ ਹੈ ਜੀ ਅੰਦਰ ਮਜੀਠੀਆ ਨੂੰ ਕੋਈ ਖਤਰਾ ਨਹੀਂ ਹੈਗਾ, ਬਿਲਕੁਲ ਸੇਫ ਕੋਠੜੀ ਆ, ਜੇ ਤੁਹਾਡਾ ਹੁਕਮ ਹੋਊਗਾ ਤੇ ਮੈਂ ਉਹਦੇ ਬੂਹੇ ਅੱਗੇ ਆਪ ਕੁਰਸੀ ਲਾ ਕੇ ਪਹਿਰੇਦਾਰੀ ਕਰੂੰਗਾ। ਉਹਦੇ ਵਿੱਚ ਜਿਹੜੀ ਸੀ ਦੋਵਾਂ ਵਕੀਲਾਂ ਦੀ ਬਹਿਸ ਹੋਈ, ਸਰਕਾਰੀ ਵਕੀਲ ਦੀ ਹੋਈ ਤੇ ਮਜੀਠੀਆ ਦੇ ਵਕੀਲਾਂ ਦੀ ਬਹਿਸ ਹੋਈ। ਉਸ ਸਮੇਂ ਜਦੋਂ ਬਹਿਸ ਹੋਈ ਸੀ, ਮਜੀਠੀਆ ਦੀ ਪਤਨੀ ਜਿਹੜੀ MLA ਮਜੀਠੀਆ ਤੋਂ ਗਨੀਬ ਕੌਰ, ਉਹ ਵੀ ਹਾਜ਼ਰ ਸੀਗੀ।
ਭਾਵੇਂ ਉਹਨੇ ਪੱਤਰਕਾਰ ਨੂੰ ਗੱਲ ਨਹੀਂ ਕੀਤੀ, ਲੇਕਿਨ ਜਿਹੜੀ ਅਦਾਲਤ ਸੀਗੀ ਉਹਨੇ ਉਹ ਫੈਸਲਾ ਹਾਲ ਦੀ ਕਰਦੀ ਰਾਖਵਾ ਰੱਖ ਲਿਆ ਵਾ ਕਿ ਉਹ ਮਜੀਠੀਏ ਨੂੰ ਵਾਕਿਆ ਹੀ ਹੈ ਪਹਿਲੇ ਸੁਬਡਨ ਜਿਹੜੇ ਸਵਰਾਜ ਸਿੰਘ ਸੀ ਉਹ ਸਾਬਕਾ ਤਖਤ ਸ੍ਰੀ ਦਮਦਮਾ ਸਾਹਿਬ ਜਥੇਦਾਰ ਗਿਆਨੀ ਨੰਦ ਸਿੰਘ ਦੇ ਮੇਰੇ ਖਿਆਲ ਛੱਡ ਬੇਟੇ ਨੇ, ਤੇ ਆਟੋਮੈਟਿਕਲੀ ਲਿੰਕ ਕਾਨੂੰਨ ਦਾ ਕਾਨੂੰਨ ਹੋ ਜਾਂਦਾ ਵਾ। ਕਾਟੇ ਵੀ ਨਹੀਂ, ਜਿਹੜਾ ਨਵਾਂ ਜੇਲ੍ਹ ਸੁਣ ਲਾਇਆ ਵਾ ਇਹਦੇ ਘਰ ਜਦੋਂ ਜਨਮ ਮਨਾਉਣ ਵਾਸਤੇ ਆਏ ਨੇ ਮਜੀਠੀਏ ਦਾ, ਇੱਕ ਵੀ ਅੰਦਰ ਜਾਣ ਦਿੱਤਾ ਗਿਆ ਉਹਦਾ, ਉਦੋਂ ਇਹਦੇ ਘਰ ਜਾ ਕੇ ਰਹਿ, ਇਹਦੇ ਘਰ ਜਾ ਕੇ ਚਾਹ ਪਾਣੀ ਪੀਤੀ ਹੈ, ਪ੍ਰਸ਼ਾਦਾ ਛਕਿਆ, ਤੇ ਉਸ ਟਾਈਮ ਤੇ ਬੜਾ ਰੌਲਾ ਪਿਆ ਸੀਗਾ। ਉਦੋਂ ਜੇਲ੍ਹ ਸੁਪਰ ਨੇ ਕਿਹਾ ਸੀ ਵੀ ਜਿਹੜਾ ਚੰਗੇ ਕਿਰਦਾਰ ਵਾਲਾ ਜੇ ਕਿਤੇ ਸਾਬਕਾ ਕੈਦੀ ਹੈ ਨਾ, ਜਦੋਂ ਰਿਹਾ ਉਹ ਕਹਿੰਦਾ ਦੁਬਾਰਾ ਉਹਦਾ ਤੇ ਮੈਂ ਉਹਨੂੰ ਘਰ ਬਾ ਕੇ ਚਾਹ ਵੀ ਪਿਆਉਂਗਾ। ਮੇਰਾ ਕਿਸੇ ਨੂੰ ਕੋਈ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ। ਲੇਕਿਨ ਹੁਣ ਮਜੀਠੀਏ ਸਾਹਿਬ ਦੀ ਜਿਹੜੀ ਉਹ ਰਾਖਵਾ ਰੱਖਿਆ ਗਿਆ ਵਾ। ਉਮੀਦ ਆ ਵੀ ਮਜੀਠੀਏ ਦੀ ਜਿਹੜੀ ਆਸ ਨੂੰ ਬੂਰ ਪੈਣ ਦੀ ਸੰਭਾਵਨਾ ਨਹੀਂ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ 11 ਤਰੀਕ ਹੈ, 11 ਨੂੰ ਜੇ ਕਿਤੇ ਇਹਨਾਂ ਦੀ ਉਹ ਐਪਲੀਕੇਸ਼ਨ ਰੱਦ ਹੋ ਜਾਂਦੀ ਹੈ, ਜਿਹਦੇ ਬਾਰੇ ਇਹਨੇ ਕਿਹਾ ਕਿ ਪੋਲੀਟੀਕਲ ਵੈਂਡੇਟਾ ਦਾ ਮੇਰੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ, ਇਹਨੂੰ ਰੱਦ ਕੀਤਾ ਜਾਵੇ, ਤੇ ਫਿਰ ਅਗਲੀ ਪ੍ਰਕਿਰਿਆ ਜਿਹੜੀ ਆ ਕੋਰਟ ਦੇ ਵਿੱਚ ਤੇਜ਼ੀ ਨਾਲ ਸ਼ੁਰੂ ਹੋ ਜਾਏਗੀ। ਔਰ ਨੈਕਸਟ ਖਬਰ ਤੇ ਚਲਦੇ ਹਾਂ ਜੀ ਪੱਟੀ ਸਾਹਿਬ ਕਿ ਭਗਵੰਤ ਮਾਨ ਦੇ ਫੈਸਲਿਆਂ ਤੇ ਉੱਠਣ ਲੱਗੇ ਨੇ ਸਵਾਲ। ਕਿਹੜੇ ਫੈਸਲੇ ਔਰ ਕੀ ਸਵਾਲ? ਇਹ ਗੱਲ ਕਰ ਹੀ ਲਈ ਆਪਾਂ, ਲਗਭਗ ਸਾਰੀ ਗੱਲ ਮੁੱਕ ਗਈ ਹੈ। ਓਕੇ ਜੀ। ਔਰ ਨੈਕਸਟ ਖਬਰ ਤੇ ਚਲਦੇ ਹਾਂ ਜੀ ਕਿ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸ਼ਹਿਰ ਮੰਡੀ ਤੇ ਤਿਰੰਗਾ ਮਾਰਚ ਕੱਢਿਆ। ਇਹ ਕੀ ਖਬਰ ਹੈ ਜੀ? ਦੇਖੋ, ਆਮ ਆਦਮੀ ਪਾਰਟੀ ਨੂੰ ਜਦੋਂ ਤੋਂ ਬਹੁਤ ਥੰਮਜ਼ੋ ਮੈਜੋਰਟੀ ਨਾਲ ਸਰਕਾਰ ਬਣਾਈ ਪੰਜਾਬ ਦੇ ਵਿੱਚ ਜੀ, ਉਦੋਂ ਤੋਂ ਹੌਸਲੇ ਇਹਨਾਂ ਦੇ ਬੜੇ ਬੁਲੰਦ ਹੋਏ ਨੇ। ਪਹਿਲਾਂ ਜਾ ਕੇ ਇਹਨਾਂ ਗੁਜਰਾਤ 'ਚ ਤਿਰੰਗਾ ਮਾਰਚ ਕੱਢਿਆ, ਕਿਉਂਕਿ ਜਿਹੜਾ ਇਸ ਮਹੀਨੇ ਨਵੰਬਰ ਦਸੰਬਰ ਦੇ ਵਿੱਚ ਹਿਮਾਚਲ ਦੇ ਵਿੱਚ ਤੇ ਗੁਜਰਾਤ ਵਿੱਚ ਚੋਣਾਂ ਨੇ। ਗੁਜਰਾਤ ਦੇ ਵਿੱਚ ਚੋਣਾਂ ਤੇ ਸੂਰਤ ਦੀ ਜਿਹੜੀ ਮਿਊਨਿਸਪੈਲਿਟੀ ਆ ਉੱਥੇ 28 ਸੀਟਾਂ ਮਿਲੀਆਂ ਸੀ ਆਮ ਆਦਮੀ ਪਾਰਟੀ ਤੇ, ਉੱਥੋਂ ਹੀ ਉਹ ਬੜੀ ਉਸ ਹੋ ਗਿਆ ਕਿ ਸਾਡੀ ਗੱਲ ਬਣ ਸਕਦੀ ਹੈ ਇੱਥੇ। ਹੁਣ ਕੇਜਰੀਵਾਲ ਸਾਹਿਬ ਜਿਹੜੇ ਆ ਉੱਥੇ ਲੈ ਕੇ ਕਹਿੰਦੇ ਭਗਵੰਤ ਮਾਨ ਨੂੰ ਕਿ ਇਹ ਪੰਜਾਬ ਦਾ ਚਿਹਰਾ ਵੇਖ ਲਓ, ਸਾਡਾ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਮੁੱਖ ਮੰਤਰੀ ਹੈ ਜਿਹਨੇ 10 ਦਿਨਾਂ 'ਚ ਉੱਥੋਂ ਭ੍ਰਿਸ਼ਟਾਚਾਰ ਖਤਮ ਕਰਤਾ। ਮੈਂ ਇਹ ਨਹੀਂ ਗੱਲ ਕਹਿੰਦਾ ਖਤਮ ਕਰਤਾ, ਅੱਗੇ ਨਾਲ ਥੋੜਾ ਜਿਹਾ ਫਰਕ ਵੀ ਕਰ, ਲੇਕਿਨ ਇੰਨਾ ਫਰਕ ਨਹੀਂ ਪੈਣਾ ਚਾਹੀਦਾ, ਉਹ ਫਰਕ ਨਹੀਂ ਹੈਗਾ। ਫਿਰ ਵੀ ਇਹ ਹੁਣ ਹਿਮਾਚਲ 'ਚ ਗਏ ਨੇ ਉਸੇ ਪੈਟਰਨ ਉੱਤੇ, ਉੱਥੇ ਵੀ ਜਾ ਕੇ ਤਿਰੰਗਾ ਮਾਰਚ ਕੱਢਿਆ ਇਹਨਾਂ ਨੇ। ਸਿਰਫ 30 ਮਿੰਟ ਦਾ ਇਹਨਾਂ ਦਾ ਹੈਗਾ ਜੀ, ਮੇਰੇ ਖਿਆਲ 8 ਕਿ 9 ਮਿੰਟ ਦੀ ਦੋਵਾਂ ਦੀ ਸਪੀਚ ਆ ਤੇ 30 ਮਿੰਟ ਵਿੱਚ ਇਹਨੇ ਮਾਰਚ ਕੀਤਾ ਵਾ। ਜਿੱਥੇ ਮਾਰਚ ਕੀਤਾ ਮੰਡੀ ਦਾ ਸ਼ਹਿਰ ਆ, ਉੱਥੋਂ ਦੇ ਮੁੱਖ ਮੰਤਰੀ ਜੈਰਾਮ ਠਾਕਰ ਦਾ ਸ਼ਹਿਰ ਆ। ਇਹਨਾਂ ਨੇ ਲੋਕਾਂ ਨੂੰ ਕਿਹਾ ਦੱਸੋ ਜੀ ਇੱਕ ਮੌਕਾ ਸਾਨੂੰ ਦੇ ਦਿਓ, ਕੀ ਤੁਸੀਂ ਭ੍ਰਿਸ਼ਟ ਪਾਰਟੀਆਂ ਕਾਂਗਰਸ ਤੇ ਭਾਜਪਾ ਨੂੰ ਪਸੰਦ ਕਰਦੇ ਹੋ ਕਿ ਆਪ ਨੂੰ? ਲੋਕਾਂ ਕੋਲ ਖਵਾਈਆਂ ਗੱਲਾਂ ਵੀ ਆਪ ਨੂੰ। ਲੋਕਾਂ ਨੂੰ ਕਿਹਾ ਵੀ ਇੱਕ ਮੌਕਾ ਸਾਨੂੰ ਦੇ ਦਿਓ, ਜੇ ਅਸੀਂ ਕੰਮ ਨਾ ਚੰਗਾ ਕੀਤਾ ਤਾਂ ਬੇਸ਼ੱਕ ਲਾ ਦਿਓ ਸਾਨੂੰ, ਤੁਸੀਂ ਜੇ ਤੁਹਾਡੀਆਂ ਅਸੀਂ ਵਹਿਦੇ ਨਾਖਰੇ ਉੱਤੇ ਸਾਨੂੰ ਲਾ ਦਿਓ ਤੁਸੀਂ। ਇਸ ਕਰਕੇ ਭਗਵੰਤ ਮਾਨ ਉੱਥੇ ਗਏ ਨੇ, ਬਕਾਇਦਾ ਤੌਰ ਤੇ ਉਹਨਾਂ ਉੱਥੇ ਜਾ ਕੇ ਕਿਹਾ ਲੋਕਾਂ ਨੂੰ ਵੀ ਸਾਨੂੰ ਇੱਕ ਮੌਕਾ ਦੇ ਦਿਓ, ਪੰਜਾਬ 'ਚ ਨਹੀਂ ਹੈਗਾ ਭ੍ਰਿਸ਼ਟਾਚਾਰ ਖਤਮ ਕਰਦਾ ਤੇ ਇੱਥੇ ਵੀ ਅਸੀਂ ਖਤਮ ਕਰ ਦਿਆਂਗੇ। ਜੇ ਲੋਕਾਂ ਦੇ ਮਨ ਤੇ ਅਸਰ ਹੋ ਗਿਆ ਤੇ ਪੋਸੀਬਿਲਿਟੀ ਹੈ ਇਹਨਾਂ ਨੂੰ ਉੱਥੇ ਕੁਛ ਨਾ ਕੁਛ ਮਿਲੇਗਾ। ਲੇਕਿਨ ਇਹ ਭਾਰੀ ਖੇਤਰ ਦੇ ਰਾਜ ਨੇ, ਭਾਰੀ ਖੇਤਰ ਜਿਹੜਾ ਉੱਤਰਾਖੰਡ ਆ ਉਹਦੇ ਵਿੱਚ ਵੀ ਇਹਨਾਂ ਦੇ ਬਕਾਇਦਾ ਤੌਰ ਤੇ ਗਏ ਸੀ, ਸਾਰੀਆਂ ਸੀਟਾਂ ਦੇ ਬੰਦੇ ਖੜੇ ਕੀਤੇ ਸੀ, ਸਾਰੇ ਹਾਰ ਗਏ ਸੀ ਆਮ ਆਦਮੀ ਪਾਰਟੀ ਜੀ। ਹੁਣ ਵੇਖੋ ਹਿਮਾਚਲ 'ਚ ਇਹਨਾਂ ਨੂੰ ਰਿਜ਼ਲਟ ਕਿੱਦਾਂ ਦਾ ਹੁੰਦਾ ਜੋ ਚੋਣ ਹੋਏਗੀ ਜੀ। और आखिरी सवाल हैगा क्योंकि वक्त भी बहुत थोड़ा रह गया कि डॉक्टर राजकुमार ने पूर्व मुख्यमंत्री चरणजीत सिंह चन्नी ਅਤੇ ਸੁਨੀਲ ਜਾਖੜ ਦੁਆਰਾ ਕੀਤੀ ਗਈ ਟਿੱਪਣੀਆਂ ਨੂੰ ਗੰਭੀਰਤਾ ਨਾਲ ਲਿਆ ਔਰ ਮਾਫੀ ਮੰਗਣ ਨੂੰ ਵੀ ਕਿਹਾ ਜੀ। ਸੁਨੀਲ ਜਾਖੜ ਜਿਹੜੇ ਆ ਉਹਨਾਂ ਨੂੰ ਅਸੀਂ ਬੜੇ ਸਾਊ ਤੇ ਸੁਲਝੇ ਹੋਏ ਆਗੂ ਮੰਨਦੇ ਜੀ, ਲੇਕਿਨ ਉਹਨਾਂ ਨੇ ਟਿੱਪਣੀ ਕੀਤੀ ਸੀ ਚੰਨੀ ਦੇ ਉੱਤੇ ਕਿ ਚੰਨੀ ਇੰਨੀ ਯੋਗਾ ਹੈ ਨਹੀਂ ਸੀ ਜਿਹੜਾ ਉਹਨਾਂ ਨੂੰ ਦੇਤਾ ਮੰਚ ਦੇਤਾ ਕਿ ਤੁਸੀਂ ਮੁੱਖ ਮੰਤਰੀ ਬਣਾਤਾ। ਉਹਦੀ ਸੋਚ ਛੋਟੀ ਸੀ, ਉਹਨਾਂ ਛੋਟੀ ਸੋਚ ਦੀ ਗੱਲ ਕਰਕੇ ਜਿਹੜਾ ਸੀ ਇੱਕ ਟਿੱਪਣੀ ਕਰਤੀ ਤੇ ਰਾਜਕੁਮਾਰ ਕਹਿੰਦਾ ਜੀ ਉਹਦੀ ਜਾਤ ਤੇ ਟਿੱਪਣੀ ਕੀਤੀ ਹੈ, ਉਹਨੂੰ ਨੀਚ ਕਿਹਾ ਵਾ, ਡਾਕਟਰ ਅੰਬੇਦਕਰ ਦੀ ਤੋਹੀਨ ਕੀਤੀ ਹੈ ਤੁਸੀਂ। ਉਹਦੇ ਤੇ ਡਾਕਟਰ ਰਾਜਕੁਮਾਰ ਨੇ ਕਿਹਾ ਕਿ ਜੇ ਤੁਸੀਂ ਉਹਨੂੰ ਛੋਟੀ ਗਿਆ ਤੇ ਤੁਹਾਨੂੰ ਛੋਟੀ ਜਾਤ ਦਾ ਬੰਦਾ ਆਇਆ ਹੋ, ਤੁਹਾਨੂੰ ਪਸੰਦ ਨਹੀਂ ਆਇਆ ਮੁੱਖ ਮੰਤਰੀ ਜਿਹਦੇ ਕਰਕੇ ਤੁਸੀਂ ਵਿਰੋਧ ਕਰ ਰਹੇ ਹੋ ਉਹਦਾ। ਤੇ ਭਗਵੰਤ ਮਾਨ ਨੇ ਬਕਾਇਦਾ ਤੌਰ ਤੇ ਜਿਹੜੇ ਡਾਕਟਰ ਰਾਜਕੁਮਾਰ ਉਹਨਾਂ ਕਿਹਾ ਕਿ ਇਹ ਸੁਨੀਲ ਜਾਖੜ ਬਕਾਇਦਾ ਤੌਰ ਤੇ ਤੁਰੰਤ ਮਾਫੀ ਮੰਗੇ ਜਨਤਕ ਤੌਰ ਤੇ। ਜੇ ਇਹ ਮਾਫੀ ਨਹੀਂ ਮੰਗਦਾ ਤੇ ਸਾਡਾ ਜਿਹੜਾ ਸਮਾਜ ਆ ਉਹ ਇਕੱਠਾ ਹੋਊਗਾ, ਇਕੱਠਾ ਕਰਕੇ ਫਿਰ ਇਹਦੇ ਖਿਲਾਫ ਅਸੀਂ ਮੋਰਚਾ ਲਾਵਾਂਗੇ।
ਮਾਫੀ ਮੰਗਣ ਲਈ ਮਜਬੂਰ ਕਰਾਂਗੇ, ਜੀ ਘਰਾਓ ਵੀ ਕਰਾਂਗੇ। ਨਾਲ ਉਹਨੇ ਜਿਹੜੀ ਹਾਈ ਕਮਾਂਡ ਆ ਕਾਂਗਰਸ ਪਾਰਟੀ, ਉਹਨਾਂ ਨੂੰ ਕਹਿਤਾ ਕਿ ਇਹਨੇ ਪਾਰਟੀ ਦੇ ਵਿੱਚ ਜਿਹੜੀ ਸੀ ਅਫਰਾ ਤਫਰੀ ਫੈਲਾਉਣ ਦੀ ਗੱਲ ਕੀਤੀ ਆ, ਇਹਨੂੰ ਪਾਰਟੀ ਚੋਂ ਕੱਢਿਆ ਜਾਵੇ ਔਰ ਦਲਤਾਂ ਤੇ ਨੇ ਟਿੱਪਣੀ ਕਰਕੇ ਜਿਹੜਾ ਵਾ ਸੀ ਉਹਨਾਂ ਦੀ ਤੋਹੀਨ ਕੀਤੀ ਹੈ। ਜੀ ਜੀ ਪੱਟੀ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਸ਼ੁਕਰੀਆ ਜੀ, ਤੁਸੀਂ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ। ਕੱਲ ਦੁਬਾਰਾ ਤੋਂ ਮੁਲਾਕਾਤ ਕਰਾਂਗੇ ਅਸੀਂ, ਤਦ ਤੱਕ ਤੁਹਾਡਾ ਸਾਡਾ ਰੱਬ ਰਾਖਾ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।